ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਡਾਕਟਰ ਪਿਆਰੇ ਲਾਲ ਗਰਗ ਜੀ। ਗਰਗ ਸਰ, ਜੀ ਆਇਆਂ ਨੂੰ। ਸ਼ੁਕਰੀਆ ਜੀ, ਬਹੁਤ ਬਹੁਤ। ਇੱਕ ਨਿਊਜ਼ ਹੈ ਕਿ ਇਜਿਪਟ ਨੇ ਅਪਰੂਵ ਕੀਤਾ ਹੈ ਕਿ ਭਾਰਤ ਤੋਂ ਕਣਕ ਖਰੀਦੇਗਾ 1 ਮਿਲੀਅਨ ਟਨ, ਫਿਰ ਅਪ੍ਰੈਲ ਤੱਕ ਜਾ ਕੇ 2,40,000 ਟਨ। ਸੋ ਥੋੜੇ ਦਿਨ ਪਹਿਲਾਂ ਕਿਸਾਨਾਂ ਨੇ ਪ੍ਰਾਈਵੇਟ ਪਲੇਅਰਸ ਨੂੰ ਕਣਕ ਵੇਚੀ ਹੈ, ਉਹ ਵੀ ਖਾਸੀ ਚਰਚਾ 'ਚ ਰਹੀ ਗੱਲ। ਤੇ ਹੁਣ ਇਹ ਫੈਕਟ ਸਾਹਮਣੇ ਆਇਆ ਕਿ ਜੋ ਯੂਕਰੇਨ ਤੇ ਰਸ਼ੀਆ ਦੀ ਵਾਰ ਚੱਲ ਰਹੀ ਹੈ, ਜਿਸ ਕਰਕੇ ਵੈਕਿਊਮ ਕ੍ਰੀਏਟ ਹੋਇਆ ਸੀ ਇੰਟਰਨੈਸ਼ਨਲ ਮੰਡੀ ਦੇ ਵਿੱਚ, ਕਿਉਂਕਿ ਯੂਕਰੇਨ ਤੇ ਰਸ਼ੀਆ ਸਭ ਤੋਂ ਵੱਧ ਸਪਲਾਈ ਕਰਦੇ ਨੇ ਵੀਟ, ਕਣਕ, ਪਰ ਦੋਵੇਂ ਯੁੱਧ 'ਚ ਉਲਝੇ ਹੋਏ ਨੇ, ਤਾਂ ਇਹ ਵੈਕਿਊਮ ਦਾ ਫਾਇਦਾ ਇੰਡੀਆ ਉਠਾ ਰਿਹਾ। ਸੋ ਤੁਹਾਨੂੰ ਕੋਈ ਕਨੈਕਸ਼ਨ ਲੱਗਦਾ ਹੈ ਕਿ ਪ੍ਰਾਈਵੇਟ ਪਲੇਅਰਸ ਕਿਸਾਨਾਂ ਦੀ ਕਣਕ ਖਰੀਦਦੇ ਪਏ ਨੇ ਤੇ ਇੰਟਰਨੈਸ਼ਨਲ ਮੰਡੀ ਦੇ ਵਿੱਚ ਇਜਿਪਟ ਨੇ ਸਾਨੂੰ ਕੰਟਰੈਕਟ ਦਿੱਤਾ ਹੈ ਪ੍ਰਾਈਵੇਟ ਪਲੇਅਰਸ ਵਾਸਤੇ ਮੁਨਾਫਾ ਕਮਾਉਣ ਦਾ ਇੱਕ ਮੌਕਾ? ਬਿਲਕੁਲ ਠੀਕ ਕਿਹਾ ਆਪ ਜੀ ਨੇ ਕਿ ਰੂਸ ਤੇ ਯੂਕਰੇਨ ਦਾ ਯੁੱਧ ਹੋਣ ਦੇ ਨਾਲ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਕਾਫੀ ਉਤਰਾ ਚੜ੍ਹਾਅ ਆਏ ਨੇ। ਕੁਝ ਵਸਤਾਂ ਦੀ ਬਹੁਲਤਾ ਹੋ ਗਈ ਹੈ। ਜਿਹੜੀਆਂ ਵਸਤਾਂ ਉਹਨਾਂ ਨੂੰ ਭੇਜਣੀਆਂ ਸੀ ਰੂਸ ਜਾਂ ਯੂਕਰੇਨ ਨੂੰ ਲੋਕਾਂ ਨੇ, ਉਹਨਾਂ 'ਤੇ ਪਾਬੰਦੀਆਂ ਅਮਰੀਕਾ ਨੇ ਲਾ ਰੱਖੀਆਂ ਨੇ, ਯੂਰਪ ਨੇ ਲਾ ਰੱਖੀਆਂ ਨੇ। ਇਸ ਕਰਕੇ ਉਹ ਉੱਥੇ ਵੱਧ ਗਈਆਂ ਨੇ। ਜਿਹੜੀਆਂ ਉਹਨਾਂ ਤੋਂ ਆਉਂਦੀਆਂ ਸੀ, ਜਿਵੇਂ ਆਪ ਜੀ ਨੇ ਦੱਸਿਆ ਵੀ ਕਣਕ, ਅਤੇ ਉਹ ਫਿਰ ਉਹਨਾਂ ਦੀ ਥੁੜ ਪੈਦਾ ਹੋ ਗਈ ਹੈ। ਅਤੇ ਥੁੜ ਪੈਦਾ ਹੋਣ ਦਾ ਇਹ ਕਹਿੰਦੇ ਕੁੱਬੇ ਦੇ ਲੱਤ ਲੋਟ ਆਉਣ ਵਾਲੀ ਗੱਲ ਹੋਈ ਹੈ ਕਾਰਪੋਰੇਟ ਵਾਸਤੇ ਤਾਂ, ਕਿਉਂਕਿ ਕਾਰਪੋਰੇਟ ਚਾਹੁੰਦਾ ਸੀ ਕਿ ਇਹ ਖੇਤੀ ਬਿੱਲ ਕਿਸੇ ਨਾ ਕਿਸੇ ਰੂਪ 'ਚ ਵਾਪਸ ਆਉਣ। ਹੁਣ ਉਹਨਾਂ ਨੂੰ ਸਿੱਧੇ ਰੂਪ 'ਚ ਵਾਪਸ ਲਿਆਉਣ ਦੀ ਬਜਾਏ, ਕਿਉਂਕਿ ਸਿੱਧੇ ਰੂਪ 'ਚ ਵਾਪਸ ਲਿਆਉਣ ਦੀ ਗੱਲ ਕਰਦੇ ਨੇ, ਫਿਰ ਕਿਸਾਨਾਂ ਨੇ ਰੌਲਾ ਪਾਉਣਾ ਹੈ, ਫਿਰ ਕਿਸਾਨਾਂ ਨੇ ਐਜੀਟੇਸ਼ਨ ਕਰਨੀ ਹੈ। ਔਰ 2024 ਆ ਰਿਹਾ ਹੈ, ਸਰਕਾਰ ਐਜੀਟੇਸ਼ਨ ਬਰਦਾਸ਼ਤ ਵੀ ਨਹੀਂ ਕਰ ਸਕੇਗੀ ਔਰ ਕਿਸਾਨਾਂ ਨੂੰ ਕੁੱਟਣਾ ਵੀ ਬਰਦਾਸ਼ਤ ਨਹੀਂ ਕਰ ਸਕੇਗੀ। ਇਹ ਨਹੀਂ ਹੈ ਵੀ ਕਿਸਾਨਾਂ 'ਤੇ ਗੋਲੀ ਚਲਾ ਦੇਗੀ ਸਰਕਾਰ ਛੇਤੀ ਛੇਤੀ। ਸੋ ਇਸ ਕਰਕੇ ਇਹ ਜਿਹੜਾ ਕਾਰਪੋਰੇਟ ਨੇ ਆਪਦੇ ਕੋਲੋਂ ਪੈਸਾ ਲਾ ਕੇ ਕਿਸਾਨਾਂ ਨੂੰ ਆਪਦੇ ਵੱਲ ਖਿੱਚਣਾ ਸੀ, ਮਹਿੰਗਾ ਖਰੀਦ ਕੇ, ਉਹ ਹੁਣ ਉਹਨਾਂ ਨੂੰ ਸਮਾਂ ਮੌਕਾ ਮਿਲ ਗਿਆ ਕਿ ਹੁਣ ਤਾਂ ਬਾਹਰ ਵੀ ਮਹਿੰਗਾ ਹੀ ਵਿਕ ਜੂਗਾ। ਇਹ ਯੁੱਧ ਨੇ ਉਹਨਾਂ ਨੂੰ ਇੱਕ ਸਹੀ ਕਿਹਾ ਤੁਸੀਂ, ਇੱਕ ਮੌਕਾ ਦਿੱਤਾ ਹੈ, ਇੱਕ ਓਪਰਚੁਨਿਟੀ ਦਿੱਤੀ ਹੈ। ਪਰ ਜੇ ਨਾ ਵੀ ਹੁੰਦੀ, ਮੈਂ ਜਿਹੜੀ ਗੱਲ ਕੋਸ਼ਿਸ਼ ਕਰ ਰਿਹਾ ਕਹਿਣ ਦੀ, ਤਾਂ ਵੀ ਕਿਉਂਕਿ ਮੈਂ ਖੁਦ ਬਿਜ਼ਨਸਮੈਨ ਰਿਹਾ, ਬਿਜ਼ਨਸਮੈਨ ਦੇ ਕੋਲ ਜਿਹਦੇ ਕੋਲ ਪੈਸਾ ਹੁੰਦਾ ਹੈ ਉਹ ਆਪਣੇ ਆਪ ਨੂੰ ਘਾਟਾ ਪਾ ਕੇ ਵੀ ਦੂਜੇ ਨੂੰ ਮੰਡੀ 'ਚੋਂ ਖਦੇੜਦਾ ਹੈ। ਤੇ ਜਿਹੜਾ ਕਾਰਪੋਰੇਟ ਆਇਆ, ਜੋ ਨੇ ਸਾਡੀਆਂ ਮੰਡੀਆਂ ਬੰਦ ਕਰਾਉਣੀਆਂ ਸੀ, ਛੋਟੇ ਵਪਾਰੀ ਨੂੰ ਇੱਥੋਂ ਖਦੇੜਨਾ ਸੀ, ਇੱਥੋਂ ਆੜ੍ਹਤੀਏ ਨੂੰ ਖਦੇੜਨਾ ਸੀ, ਇੱਥੋਂ ਜਿਹੜਾ ਵਰਕਰ ਹੈ, ਜਿਹੜਾ ਚੜਾਈ ਕਰਦਾ ਹੈ, ਭਰਾਈ ਕਰਦਾ, ਉਹਨੂੰ ਖਤਮ ਕਰਨਾ ਸੀ, ਅਤੇ ਮਸ਼ੀਨਰੀ ਰਾਹੀਂ ਸਾਰਾ ਕੰਮ ਕਰਨਾ ਸੀ, ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਕੰਮ ਕਰਨਾ ਸੀ, ਮੁਨੀਮਾਂ ਨੂੰ ਖਤਮ ਕਰਨਾ ਸੀ, ਆੜ੍ਹਤੀਆਂ ਨੂੰ ਖਤਮ ਕਰਨਾ ਸੀ, ਉੱਥੇ ਜਿਹੜੇ ਦੁਕਾਨਾਂ ਚਲਾਉਂਦੇ ਨੇ, ਮਾੜੀਆਂ ਮੋਟੀਆਂ ਢਾਬੇ ਢੂਬੇ ਚਲਾਉਂਦੇ ਨੇ, ਉਹਨਾਂ ਨੂੰ ਖਤਮ ਕਰਨਾ ਸੀ, ਛੋਟੀ ਮੋਟੀ ਟਰਾਂਸਪੋਰਟ ਨੂੰ ਖਤਮ ਕਰਨਾ ਸੀ। ਉਹਦੇ ਵਾਸਤੇ ਉਹਦਾ ਜ਼ਰੂਰੀ ਸੀ ਕਿ ਉਹ ਮਹਿੰਗਾ ਲੈਣਾ ਸ਼ੁਰੂ ਕਰ ਦੇ, ਜੇ ਨਾ ਵੀ ਇੱਥੇ ਵਿਕਦਾ। ਸੋ ਮੰਡੀ ਟੁੱਟਣੀ ਸੀ। ਮੰਡੀ ਟੁੱਟਣ ਦਾ ਸਰਕਾਰ ਨੇ ਵੀ ਤੇ ਕਾਰਪੋਰੇਟ ਨੇ ਵੀ ਇੱਕ ਨਵਾਂ ਤਰੀਕਾ ਲੱਭਿਆ ਹੈ ਕਿ ਆਪਾਂ ਚੀਜ਼ ਮਹਿੰਗੀ ਲਾਓ। ਨਰਮਾ ਵੀ ਮਹਿੰਗਾ ਖਰੀਦਿਆ ਪਿੱਛੇ, ਨਰਮੇ ਦੇ ਉੱਤੇ ਵੀ ਰੇਟ ਵੱਧ ਲਏ ਨੇ, ਔਰ ਹੋਰ ਚੀਜ਼ਾਂ 'ਤੇ ਵੀ ਥੋੜ੍ਹੀ ਦੇਰ ਲੈਣਗੇ। 5-4 ਸਾਲ ਇਹੀ ਕਰਨਗੇ। ਜੇ ਅਸੀਂ ਦੇਖੀਏ, ਇਹ ਕੋਈ ਕਹਿ ਸਕਦਾ ਵੀ ਨਹੀਂ ਇਹ ਅਪਤਕਥ ਨਹੀਂ ਲੱਗਦੀ ਹੈ, ਇਹ ਤਾਂ ਮਿਸਰ ਕਰਕੇ ਹੋਇਆ ਕਿਉਂਕਿ ਉੱਥੇ ਦੇ ਹੁਕਮ ਆਰਡਰ ਮਿਲ ਗਏ ਨੇ ਇਹਨਾਂ ਨੂੰ। ਨਹੀਂ, ਦੋ ਗੱਲਾਂ ਮੈਂ ਦੱਸਾਂਗਾ ਮਹਿੰਗਾਈ ਦੇ ਉੱਤੇ ਕਿਵੇਂ ਕਰਦੇ ਨੇ ਕਾਰਪੋਰੇਟ ਦਾ, ਜਦ ਵੱਡਿਆਂ ਦਾ ਜਦ ਦਬਦਬਾ ਹੁੰਦਾ ਹੈ। ਇੱਕ ਤਾਂ ਕਾਰਪੋਰੇਟ ਦੀ ਗੱਲ, ਜੇ ਸਾਈਲੋ ਦੀ ਗੱਲ ਕਰੀਏ, ਅਡਾਨੀ ਦੇ ਸਾਈਲੋ ਨੇ ਹਿਮਾਚਲ ਦੇ ਵਿੱਚ 3, ਉਹਨੇ ਪਹਿਲਾਂ ਸੇਬ ਮਹਿੰਗਾ ਖਰੀਦਣਾ ਸ਼ੁਰੂ ਕਰਿਆ ਮਾਰਕੀਟ ਦੇ ਮੁਕਾਬਲੇ। ਹੌਲੀ ਹੌਲੀ ਜਦੋਂ ਮਾਰਕੀਟ ਖਤਮ ਹੋ ਗਈ ਸੇਬ ਦੀ, ਛੋਟੇ ਵਪਾਰੀ ਖਤਮ ਹੋ ਗਏ, ਹੁਣ ਉਹ ਸੇਬ ਜਿਹੜਾ ਆਪਣੀ ਮਨਮਰਜ਼ੀ ਦੇ ਭਾਅ ਲੈਂਦਾ, ਵਧੀਆ ਕੁਆਲਿਟੀ ਦਾ ਸੇਬ ਵੀ ਸਸਤਾ ਲੈਂਦਾ। ਪਿਛਲੇ ਸਾਲ ਉਸਨੇ 6-7 ਰੁਪਏ ਕਿਲੋ ਸੇਬ ਲਿਆ, ਜਿਹੜਾ ਸਭ ਤੋਂ ਘਟੀਆ ਕੁਆਲਿਟੀ ਦਾ ਸੇਬ ਸੀ, ਐਵਰੇਜ ਤੋਂ ਵੀ ਥੱਲੇ। ਪਰ ਉਹ ਸੇਬ ਵੀ ਉਹਨੇ ਆਪਦੇ ਸਾਈਲੋ 'ਚ ਲਿਆ ਕੇ ਦੂਜੇ ਗੇਟ ਵਿੱਚ ਦੀ ਕੱਢ ਕੇ 13 ਤੇ 14 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਦਿੱਤਾ। ਸੋ ਇੰਨਾ ਮੁਨਾਫਾ ਜਿਹੜਾ ਉਹਨੇ, ਜਿਹੜਾ ਉਤਪਾਦਕ ਹੈ, ਉਹਨੂੰ ਪੂਰੀ ਮਿਹਨਤ ਕਰਕੇ ਖਰਚੇ ਕਰਕੇ ਜਿੰਨੇ ਪੈਸੇ ਮਿਲੇ, ਉਨੇ ਪੈਸੇ ਅੰਬਾਨੀ ਇੱਕ ਸਾਈਲੋ ਦੇ ਰਾਹੀਂ ਇੱਕ ਗੇਟ ਤੋਂ ਦੂਜੇ ਗੇਟ 'ਚ ਕੱਢਣ ਦੇ ਲੈ ਗਿਆ। ਇਹੀ ਗੱਲ ਜਿਹੜੀ ਹੁੰਦੀ ਹੈ ਕਿ ਜਦ ਵੀ ਕਿਤੇ ਉਹਨੇ ਮਾਰਕੀਟ 'ਚੋਂ ਖਦੇੜਨਾ ਕਿਸੇ ਨੂੰ, ਤਾਂ ਉਹਦਾ ਇੱਕੋ ਤਰੀਕਾ ਹੈ ਵੀ ਕੁਛ ਦੇਰੋਂ ਘਾਟਾ ਪਾਏਗਾ। ਗੂਗਲ ਕੋਲ ਪੈਸਾ ਹੀ ਬਹੁਤ ਹੈ। ਵੈਸੇ ਤਾਂ ਪੈਸਾ ਵੀ ਬੈਂਕਾਂ ਦਾ ਹੀ ਹੁੰਦਾ ਹੈ, ਉਹ ਵੀ ਲੋਕਾਂ ਦਾ ਹੀ ਪੈਸਾ ਹੈ। ਇਹ ਦੱਸਦੇ ਨਹੀਂ ਹੈਗੇ ਲੋਕਾਂ ਨੂੰ ਵੀ ਤੁਹਾਡਾ ਹੀ ਪੈਸਾ ਹੈ, ਤੁਹਾਡਾ ਹੀ ਸਿਰ ਤੇ ਤੁਹਾਡਾ ਹੀ, ਜਿਹਨੂੰ ਪੰਜਾਬੀ 'ਚ ਕਹਿੰਦੇ ਜੁੱਤੀਆਂ। ਸੋ ਇਸ ਕਰਕੇ
ਇਹ ਜਿਹੜਾ ਅੱਜ ਸਾਡੇ ਚੱਲ ਰਿਹਾ ਹੈ, ਮਿਸਰ ਵਾਲਾ ਵੀ ਤਾਂ ਇਹਨਾਂ ਨੂੰ ਵਰਦਾਨ ਮਿਲ ਗਿਆ ਵੀ ਘਾਟਾ ਨਹੀਂ ਪਊਗਾ, ਨਹੀਂ ਇਹ ਘਾਟਾ ਪਾ ਕੇ ਵੀ ਖਰੀਦੇ। ਇਹਨਾਂ ਨੂੰ ਕੋਈ ਦਿੱਕਤ ਨਹੀਂ ਸੀ ਘਾਟਾ ਪਾ ਕੇ ਖਰੀਦਣ 'ਚ, ਕਿਉਂਕਿ ਇਹਨਾਂ ਨੇ ਇਹ ਮੰਡੀਆਂ ਨੂੰ ਬੰਦ ਕਰਨਾ ਹੈ। ਜਿੱਦੇ ਮੰਡੀਆਂ ਖਤਮ ਹੋ ਗਈਆਂ ਉਹਦੇ ਫਿਰ ਇਹਨਾਂ ਦੀ ਖੁੱਲ੍ਹ ਖੇਡ ਹੋ ਜਾਏਗੀ। ਜਿੱਥੇ ਵੀ ਅਸੀਂ ਦੇਖਦੇ ਹਾਂ, ਜਦ ਹੈਲਥ ਦੇ ਵਿੱਚ ਕਹਿੰਦੇ ਨੇ ਵੀ ਸਟੈਂਡਰਡ ਬਣਾ ਦਿਓ, ਉਹਦੇ ਨਾਲ ਕੀ ਹੋਊਗਾ? ਜੇ ਛੋਟੇ ਛੋਟੇ ਹਸਪਤਾਲ ਖਤਮ ਹੋ ਗਏ ਤਾਂ ਵੱਡੇ ਕਾਰਪੋਰੇਟ ਦੀ ਖੁੱਲ੍ਹ ਖੇਡ ਹੋ ਜਾਏਗੀ। ਆਪਾਂ ਨੂੰ ਪਤਾ ਕਾਰਪੋਰੇਟ ਕਿੰਨਾ ਮਹਿੰਗਾ। ਇੱਦਾਂ ਹੀ ਸਿੱਖਿਆ ਦੇ ਵਿੱਚ ਹੋਏਗਾ, ਇੱਦਾਂ ਹਾਊਸਿੰਗ ਦੇ ਵਿੱਚ, ਘਰਾਂ ਦੇ ਵਿੱਚ ਜਿਹੜੇ ਘਰ ਸਸਤੇ ਹੋਰ ਬਣਾ, ਨਹੀਂ ਜੀ ਆਹ ਨੋਰਮ ਹੋਣਾ ਚਾਹੀਦਾ ਹੈ, ਭੁਚਾਲ ਨਾ ਆ ਜਾਏ ਜੀ, ਤੁਸੀਂ ਗਿਰ ਸਕਦਾ ਜੀ, ਤੁਸੀਂ ਬੰਦੇ ਮਰ ਜਾਣਗੇ ਜੀ, ਹੜ੍ਹ ਆ ਜਾਣਗੇ ਜੀ, ਉਹ ਕਹਿ ਕੇ ਜਿੱਦਾਂ ਮੈਂ ਇੱਕ ਸਟੱਡੀਜ਼ ਜਿੰਨੀਆਂ ਕਰੀਆਂ ਨੇ ਉਹਦੇ 'ਚ ਇਹ ਸਾਹਮਣੇ ਆਇਆ ਹੈ ਪੂਰੀ ਦੁਨੀਆ ਦਾ, ਕਦੇ ਭਾਰਤ ਦਾ ਨਹੀਂ, ਕਿ ਜਦ ਅਸੀਂ ਕਿਸੇ ਵੀ ਚੀਜ਼ ਨੂੰ ਤਕਨਾਲੋਜੀ ਦੇ ਆਧਾਰ ਤੇ ਬਣਾ ਦਿੰਦੇ ਹਾਂ, ਉੱਚੀ ਤੋਂ ਉੱਚੀ ਤਕਨਾਲੋਜੀ ਲੈ ਆਉਂਦੇ ਹਾਂ, ਮਸ਼ੀਨਰੀ ਤੇ ਉੱਚੀ ਤੋਂ ਉੱਚੀ ਕੈਪੀਟਲ, ਪੈਸਾ, ਸਰਮਾਇਆ ਜ਼ਿਆਦਾ ਚਾਹੀਦਾ, ਜਿਸ ਦੇ ਵਿੱਚ ਉਹ ਆਮ ਲੋਕਾਂ ਦੇ ਹਿੱਸੇ ਤੋਂ ਦੂਰ ਚਲੀ ਜਾਂਦੀ, ਕਿਉਂਕਿ ਆਮ ਲੋਕ ਨਾ ਤਾਂ ਉੱਡੀ ਟੈਕਨੋਲੋਜੀ ਲੈ ਸਕਦੇ ਨੇ ਤੇ ਨਾ ਹੀ ਉੱਡਾ ਪੈਸਾ ਖਰਚ ਸਕਦੇ ਨੇ, ਸਰਮਾਇਆ ਕਰ ਸਕਦੇ ਨੇ, ਚਾਹੇ ਉਹ ਕੱਪੜੇ ਹੋਣ, ਚਾਹੇ ਉਹ ਘਰ ਹੋਵੇ, ਚਾਹੇ ਸਿੱਖਿਆ ਹੋਵੇ, ਚਾਹੇ ਭੋਜਨ ਹੋਵੇ, ਚਾਹੇ ਸਿਹਤ ਹੋਵੇ, ਚਾਹੇ ਪਰਿਆਵਰਨ ਵੀ ਕਿਉਂ ਨਾ ਹੋਵੇ, ਚਾਹੇ ਵਾਹਨ ਹੋਣ। ਸੋ ਇਸ ਕਰਕੇ ਅੱਜ ਠੀਕ ਕਿਹਾ ਤੁਸੀਂ, ਇਹਨਾਂ ਨੂੰ ਇੱਕ ਮੌਕਾ ਮਿਲ ਗਿਆ, ਇਹਨਾਂ ਨੂੰ ਮੈਂ ਕਹਾਂਗਾ ਕੁੱਬੇ ਦੇ ਲੱਤ ਲੋਟ ਆ ਗਈ ਜੀ। ਤੇ ਇਹਦੇ ਵਿੱਚੋਂ ਇੱਕ ਅਗਲੀ ਗੱਲ ਨਿਕਲਦੀ ਹੈ, ਕਿਸਾਨ ਅੰਦੋਲਨ ਅੱਜ ਦੀ ਡੇਟ ਦੇ ਵਿੱਚ ਕਿੱਥੇ ਖੜਾ ਹੈ? ਤਕਰੀਬਨ 1.5 ਸਾਲ ਅਸੀਂ ਬੈਠੇ ਰਹੇ ਦਿੱਲੀ ਦੇ ਬਾਰਡਰਸ ਦੇ ਉੱਤੇ, 700 ਤੋਂ ਜ਼ਿਆਦਾ ਕਿਸਾਨ ਸ਼ਹਾਦਤ ਪਾ ਗਏ ਇਸ ਅੰਦੋਲਨ ਦੌਰਾਨ। ਕੀ ਮੁੱਲ ਪਿਆ ਇਸ ਅੰਦੋਲਨ ਦਾ? ਦੇਖੋ, ਮੁੱਲ ਤਾਂ ਪਿਆ ਹੈ, ਐ ਨਹੀਂ ਹੈਗਾ, ਪਰ ਮੁੱਲ ਜਿੰਨਾ ਪੈਣਾ ਸੀ ਇੱਕ ਤਾਂ ਉਹਨਾਂ ਨਹੀਂ ਪਿਆ। ਉਹਦੇ ਵਿੱਚ ਕਹਿੰਦੇ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਜੀ। ਕਿਸਾਨਾਂ ਦੇ ਵਿੱਚ ਜਦ ਮੋਦੀ ਸਾਹਿਬ ਦੀ ਕਿਸਮ ਦੀ ਇਹ ਹਾਰ ਤਾਂ ਮੋਦੀ ਸਾਹਿਬ ਦੀ ਸੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਮੋਦੀ ਸਾਹਿਬ ਨੇ ਆਪਣੀ ਮਰਜ਼ੀ ਨਾਲ ਹੀ, ਈਵਨ ਕੈਬਨਿਟ ਨੂੰ ਵੀ ਬਾਅਦ ਦੇ ਵਿੱਚ ਹੀ ਅਪਰੂਵਲ ਕਰਾਇਆ, ਆਪਣੀ ਮਰਜ਼ੀ ਨਾਲ ਅਨਾਉਂਸ ਕਰਤਾ ਇੱਕ ਦਿਨ ਕਿ ਮੈਂ ਜੀ ਕਾਨੂੰਨ ਵਾਪਸ ਲੈ ਰਿਹਾ। ਤੇ ਉਹਦੇ ਵਿੱਚ ਉਹ ਚਰਚਾ ਵੀ ਨਹੀਂ ਹੋਣ ਦਿੱਤੀ, ਵਾਪਸ ਲੈਣ ਦੀ ਵੀ ਚਰਚਾ ਸਦਨ ਦੇ ਵਿੱਚ ਨਹੀਂ ਹੋਣ ਦਿੱਤੀ। ਸੋ ਇਹ ਜਿਹੜਾ ਹੋਇਆ, ਮੋਦੀ ਸਾਹਿਬ ਦਾ ਪੰਜਾਬੀ ਜੇ ਕਹੀਏ ਨੱਕ ਕੱਟਿਆ ਗਿਆ ਸੀ। ਹੁਣ ਜੇ ਐਡੇ ਵੱਡੇ ਤਕੜੇ ਹੁਕਮਰਾਨ ਦਾ ਨੱਕ ਕੱਟਿਆ ਜਾਵੇ, ਉਹਨੂੰ ਲੱਗੇ ਵੀ ਮੇਰੀ ਇਨਸਲਟ ਹੋ ਗਈ, ਮੇਰੀ ਬੇਇੱਜ਼ਤੀ ਹੋ ਗਈ ਹੈ, ਜਾਂ ਮੈਨੂੰ ਝੁਕਣਾ ਪਿਆ ਹੈ, ਤੇ ਫਿਰ ਉਹ ਬਦਲਾ ਤਾਂ ਲਏਗਾ ਨਾ। ਉਹ ਬਦਲਾ ਲੈਣ ਵਾਸਤੇ ਉਹਨਾਂ ਨੇ ਤਰਕੀਬ ਇਹ ਸੋਚੀ, ਬੰਦਾ ਜਦ ਵੀ ਕੋਈ ਦੇਖਣਾ ਹੁੰਦਾ ਹੈ ਵੀ ਮੈਂ ਕਿਵੇਂ ਕੰਮ ਕਰਨਾ ਹੈ, ਤਾਂ ਉਹ ਦੇਖਦਾ ਪਹਿਲਾਂ ਹੋਇਆ ਕਿਵੇਂ ਹੈ। ਉਹਨਾਂ ਨੇ ਦੇਖਿਆ ਵੀ ਇਹ ਜਿੱਤੇ ਤਾਂ ਨੇ ਕਿ ਇਹਨਾਂ ਦਾ ਏਕਾ ਸੀ, ਹੋਰ ਕਿਸੇ ਕਾਰਨ ਕਰਕੇ ਨਹੀਂ ਉਹ ਜਿੱਤੇ, ਨਾ ਉਹਨਾਂ ਕੋਲ ਪੈਸਾ ਨਾ ਹੋਰ, ਏਕਾ ਸੀ। ਇਹਨਾਂ ਨੇ ਸੋਚਿਆ ਵੀ ਇੱਕ ਤਾਂ ਇਹਨਾਂ ਦਾ ਏਕਾ ਤੋੜੋ, ਹਾਂਜੀ, ਦੂਜਾ ਉਹਨਾਂ ਦਾ ਆਪਸ ਵਿੱਚ ਸਾਰੇ ਧਰਮਾਂ ਦਾ ਭਰੋਸਾ ਹੋ ਗਿਆ। ਜਿੱਥੇ ਜਿਹੜੇ ਕਮਿਊਨਿਸਟ ਸੀ ਉਹ ਬੁੱਢੇ ਸੋਨੇਹਾਲ ਦੇ ਨਾਅਰੇ ਤੋਂ ਖੁੰਦ ਖਾਂਦੇ ਹੁੰਦੇ ਸੀ, ਤੇ ਜਿੱਥੇ ਸਿੱਖਾਂ ਦੀਆਂ ਸਟੇਜਾਂ ਦੇ ਉੱਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲੱਗਣ ਤੋਂ ਗਰੇਜ ਕਰਿਆ ਜਾਂਦਾ ਸੀ, ਉਹ ਸਾਰੇ ਨਾਅਰੇ ਉੱਥੇ ਹੋ ਰਹੇ ਨੇ, ਆਰਤੀਆਂ ਹੋ ਰਹੀਆਂ ਨੇ, ਅਰਦਾਸਾਂ ਹੋ ਰਹੀਆਂ ਨੇ, ਉੱਥੇ ਨਮਾਜ਼ ਵੀ ਪੜ੍ਹੀ ਜਾ ਰਹੀ ਹੈ। ਸਾਰੇ ਲੋਕਾਂ ਦਾ ਧਰਮਾਂ ਦਾ ਇੱਕ ਤਾਂ ਮੇਲ ਹੋ ਗਿਆ, ਦੂਜਾ ਪੰਜਾਬ ਹਰਿਆਣਾ ਤੇ ਯੂਪੀ ਦਾ ਮੇਲ ਹੋ ਗਿਆ, ਤੀਜਾ ਵਪਾਰੀ ਦਾ, ਸ਼ਹਿਰੀ ਦਾ ਤੇ ਪੇਂਡੂ ਦਾ ਮੇਲ ਹੋ ਗਿਆ, ਫਿਰ ਕਿਸਾਨ ਤੇ ਮਜ਼ਦੂਰ ਦਾ, ਵਪਾਰੀ ਦਾ, ਆੜਤੀਏ ਦਾ, ਪੱਲੇਦਾਰ ਦਾ, ਇਹ ਸਭ ਦਾ ਹੋ ਗਿਆ। ਬੁੱਧੀਜੀਵੀ ਨਾਲ ਆ ਗਏ, ਮਿਡਲ ਕਲਾਸ ਨਾਲ ਆ ਗਈ। ਉਹਦੇ ਵਿੱਚ ਫਿਰ ਕੇਂਦਰ ਨੇ ਸੋਚਿਆ, ਉਹਨਾਂ ਦੀ ਏਜੰਸੀਆਂ ਨੇ, ਵੀ ਇਹਨਾਂ ਦਾ ਏਕਾ ਤੋੜੋ। ਪਹਿਲਾ ਕੰਮ ਏਕਾ ਤੋੜਨ ਦੇ ਵਿੱਚ ਉਹਨਾਂ ਨੇ ਇੱਕ, ਉਹਨਾਂ ਦੇ ਮਨ 'ਚ ਕੁਛ ਲਾਲਚ ਵੀ ਸੀ, ਆਪਣੇ ਮਨ ਨੂੰ ਵੀ ਲੱਗਦਾ ਸੀ ਵੀ ਅਸੀਂ ਤਾਂ ਬਣੇ CM। ਉਹਨਾਂ ਨੇ ਪਹਿਲਾਂ ਇਹਨਾਂ ਨੂੰ ਚੋਣਾਂ 'ਚ ਖੜੇ ਕਰਾਇਆ, ਔਰ ਆਕੜ ਕਰਾ ਕੇ ਕਰਾਇਆ। ਚਡੂਨੀ ਸਾਹਿਬ ਤਾਂ ਉਹਨਾਂ ਨਾਲ ਪਹਿਲਾਂ ਹੀ ਕਿਸਮ ਦਾ ਗਿੱਟਮਿੱਟ ਚੱਲਦੀ ਹੋਏਗੀ ਉਹਨਾਂ ਦੀ, ਉਹ ਤਾਂ ਪਹਿਲਾਂ ਹੀ ਕਹੀ ਜਾਂਦੇ ਸੀ। ਬਾਅਦ 'ਚ ਰਾਜੇਵਾਲ ਸਾਹਿਬ ਨੂੰ ਤੇ ਇਸ ਨੂੰ ਰੁੱਧੂ ਸਿੰਘ ਨੂੰ ਵੀ, ਮਾਨਸਾ ਨੂੰ ਵੀ ਇਹਨਾਂ ਨੇ ਲੈ ਲਿਆ, ਭਾਵੇਂ ਕਿ ਹੁਣ ਇਹ ਤਿੰਨੇ ਲੀਡਰ ਜਿਹੜੇ ਅਰਸ਼ ਤੇ ਪਹੁੰਚੇ ਹੋਏ ਸੀ ਉਹ ਫਰਸ਼ ਤੇ ਆ ਚੁੱਕੇ ਨੇ, ਜ਼ਮਾਨਤਾਂ ਹੀ ਜ਼ਬਤ ਹੋਈਆਂ ਨੇ ਸਭ ਦੀਆਂ। ਤੇ ਰੁੱਧੂ ਸਿੰਘ ਮਾਨਸਾ ਨੇ ਤਾਂ ਚੋਣ ਲੜਨ ਤੋਂ ਹੀ ਮਨਾ ਕਰਤਾ ਸੀ, ਤੇ ਬਾਕੀ ਜਿਹੜੇ ਹੈਗੇ ਸੀ ਹਰਮੀਤ ਸਿੰਘ ਕਾਦੀਆਂ ਜਾਂ ਰਾਏ ਜਾਂ ਹੋਰ ਜਿਹੜੇ ਸੀ, ਉਹਨਾਂ ਨੇ ਮੋੜਾ ਕੱਟਿਆ। ਹੁਣ ਇੱਕ ਪੋਜ਼ਿਟਿਵ ਗੱਲ ਮੈਂ ਇਹ ਕਹਾਂਗਾ, ਉਦੋਂ ਵੀ ਮੋੜਾ ਕੱਟਿਆ ਸੀ ਉਹਨਾਂ ਨੇ। ਉਦੋਂ ਕਿਹਾ ਸੀ ਵੀ ਅਸੀਂ ਮਦਦ ਤਾਂ ਕਰਾਂਗੇ ਸੰਯੁਕਤ ਸਮਾਜ ਮੋਰਚੇ ਦੀ, ਪਰ ਅਸੀਂ ਇਹਨਾਂ ਦੇ ਵਿੱਚ ਨਹੀਂ ਜਾਵਾਂਗੇ। ਇਹਨਾਂ ਇਕੱਠੇ ਸੀਗੇ। ਹੁਣ ਉਹਨਾਂ ਨੇ ਕਿਹਾ ਵੀ ਅਸੀਂ ਸੰਯੁਕਤ ਸਮਾਜ ਮੋਰਚੇ ਨੂੰ ਦੇ ਨਾਲ ਕੋਈ ਸੰਬੰਧ ਨਹੀਂ ਰੱਖਾਂਗੇ, ਪਰ ਜਿਹੜੀਆਂ ਉਹ ਕਿਸਾਨ ਜਥੇਬੰਦੀਆਂ ਨੇ, ਉਹਨਾਂ ਦੇ ਉਹ ਜਿਹੜੇ ਸਿਆਸੀ ਲੀਡਰ ਨੇ, ਉਹਨਾਂ ਨੂੰ ਛੱਡ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸੰਯੁਕਤ ਕਿਸਾਨ ਮੋਰਚਾ ਮੁੜ ਕੇ ਤਕੜਾ ਹੋ ਜਾਏ, ਮੁੜ ਕੇ ਏਕਾ ਹੋ ਜਾਏ। ਇਹ ਇੱਕ ਹਾਨ ਪੱਖੀ ਮੈਂ ਕਹਾਂਗਾ ਰੁਝਾਨ ਹੈ, ਔਰ ਇਹਦੇ ਵਿੱਚ ਦੂਜੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਟਾਰਗੇਟ ਇਹੀ ਕਰਿਆ ਕਿ ਹੈ ਵੀ ਅਸੀਂ ਆਹ ਤਿੰਨ ਨੂੰ ਨਹੀਂ ਉਹ ਕਰ ਸਕਦੇ, ਬਾਕੀ ਤਾਂ ਕੋਈ ਗੱਲ ਨਹੀਂ, ਜਥੇਬੰਦੀਆਂ ਤਾਂ ਜਥੇਬੰਦੀਆਂ ਨੇ।
ਕਿਉਂਕਿ ਉਹਨਾਂ ਨੇ ਤਾਂ ਚੋਣਾਂ ਜਥੇਬੰਦੀਆਂ ਨੇ ਤਾਂ ਵੋਟ ਪਾਈ ਹੋਈ ਹੈ ਨਾ, ਕਿਸੇ ਨੇ ਕਿਸਾਨ ਜਿਹੜੀ ਮਰਜ਼ੀ ਜਥੇਬੰਦੀ, ਈਵਨ ਅਗਰਾਹਾਂ ਗਰੁੱਪ ਦੇ ਕਿਸਾਨਾਂ ਨੇ ਕਿਹੜਾ ਇਹ ਆ ਵੀ ਵੋਟ ਨਹੀਂ ਪਾਈ, ਉਹਨਾਂ ਨੇ ਖੁਦ ਦਿੱਤੀ ਵੀ ਜਿਹਨੂੰ ਪਾਉਣੀਆਂ ਪਾਓ, ਪਾਉਣੀਆਂ ਪਾਓ, ਨਹੀਂ ਪਾਉਣੀ ਨਾ ਪਾਓ, ਨੋਟਾ ਦਬਾਉਣਾ ਨੋਟਾ ਦਬਾਓ, ਜੋ ਤੁਹਾਡਾ ਮਨ ਕਰੇ ਉਹ ਕਰੋ, ਕਿਉਂਕਿ ਤੁਹਾਨੂੰ ਇੱਕ ਡੈਮੋਕ੍ਰੇਸੀ ਹੈ, ਜਮਹੂਰੀਅਤ ਹੈ, ਤੁਸੀਂ ਆਪਣਾ ਵਿਚਾਰ ਆਪਦੀ ਵੋਟ ਦੇ ਉੱਤੇ ਐਕਸਰਸਾਈਜ਼ ਕਰੋ, ਜੋ ਵੀ ਤੁਸੀਂ ਕਰਨਾ ਹੈ। ਸੋ ਉਸ ਤਰੀਕੇ ਨਾਲ ਮੈਨੂੰ ਐਂ ਲੱਗਦਾ ਹੈ ਵੀ ਹੁਣ ਜਿਹੜਾ ਤੁਸੀਂ ਕਿਹਾ ਅਜਾਈ ਜਾਣ ਨਾਲੋਂ ਪਾਰਸ਼ੀ ਜਾਈ ਗਿਆ ਹੈ, ਠੀਕ ਕਿਹਾ ਤੁਸੀਂ, ਕਿਉਂਕਿ ਇਸੇ ਕਰਕੇ ਇਹਨਾਂ ਦਾ ਏਕਾ, ਪਰ ਗਿਆ ਕਿਉਂ ਆ, ਏਕਾ ਟੁੱਟਣ ਕਰਕੇ, ਇਸੇ ਕਰਕੇ ਐਮਐਸਪੀ ਦੀ ਕਮੇਟੀ ਪਹਿਲਾਂ ਬਣੀ ਨਹੀਂ। ਹੁਣ ਜਦ ਸਰਕਾਰ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਫੇਰ ਇਹ ਅਲਖ ਜਗਾਉਣ ਲੱਗੇ ਨੇ, ਹੁਣ ਬਿਆਨ ਆਈ ਜਾਂਦਾ ਮਾਨਯੋਗ ਕ੍ਰਿਸ਼ੀ ਮੰਤਰੀ ਜੀ ਦਾ ਵੀ ਅਸੀਂ ਤਾਂ ਕਮੇਟੀ ਬਣਾ ਰਹੇ ਹਾਂ ਜੀ ਫਲਾਣਾ, ਅੱਜ ਬਿਆਨ ਇਹ ਆ ਗਿਆ ਕਿ ਜੀ ਇਹ ਤਾਂ ਕਿਸਾਨਾਂ ਨੇ ਆਪਦੇ ਨੁਮਾਇੰਦੇ ਨਹੀਂ ਦਿੱਤੇ, ਅਸੀਂ ਤਾਂ ਹੁਣ ਨੂੰ ਬਣਾ ਵੀ ਦੇਣੀ ਸੀ। ਸੋ ਇਹ ਜਿਹੜਾ ਮੋੜਾ ਕੱਟਿਆ, ਨਹੀਂ ਤਾਂ ਲਖੀਮਪੁਰ ਖੇੜੀ 'ਚ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਹੋ ਗਈ, ਲਖੀਮਪੁਰ ਖੇੜੀ ਦੀਆਂ ਸਾਰੀਆਂ ਸੀਟਾਂ ਜਿੱਤਦੀ ਹੈ ਬੀਜੇਪੀ ਨੇ, ਆਰਐਸਐਸ ਨੇ ਪੱਕਾ ਫੈਸਲਾ ਕਰਿਆ ਹੋਇਆ ਸੀ ਵੀ ਕਿਸਾਨਾਂ ਨੂੰ ਵੰਡੋ ਆਪਸ ਵਿੱਚ, ਇਹਨਾਂ ਦਾ ਧਿਆਨ ਪੰਜਾਬ ਤੇ ਕੇਂਦਰ 'ਚ ਕਰ ਦਿਓ ਤਾਂ ਕਿ ਯੂਪੀ ਸਾਨੂੰ ਹਰਾ ਨਾ ਦੇਣ। ਜਿਵੇਂ ਬੰਗਾਲ ਹਾਰੀ ਸੀ ਬੀਜੇਪੀ ਆਰਐਸਐਸ, ਜੇ ਯੂਪੀ ਹਾਰ ਜਾਂਦੀ ਤਾਂ ਦੇਸ਼ ਦੀ ਕਾਇਆ ਕਲਪ ਹੋਣਾ ਸੀ, ਹੋਰ ਬਿਲਕੁਲ ਬਦਲਾਅ ਹੋਣਾ ਸੀ ਦੇਸ਼ 'ਚ। ਹੁਣ ਉਹ ਬਦਲਾਅ ਨੂੰ ਠੱਲ ਪਾ ਗਏ, ਉਹ ਹੁਣ ਹੌਲੀ ਹੌਲੀ ਇੱਕ ਲਖਤ ਨਹੀਂ ਡਾਂਗ ਫੇਰਨਗੇ, ਪਰ ਦੂਜਾ ਪਾਸਾ ਸ਼ੁਰੂ ਕਰਤਾ। 2024 ਟਾਰਗੇਟ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਅੱਤਵਾਦ ਦਾ ਰੌਲਾ ਪਾਉਣਾ, ਪੰਜਾਬ ਦੇ ਵਿੱਚ ਆਹ ਜਿਹੜੇ ਗੁੱਜਰਾਂ ਦੀ ਲੜਾਈ ਕਰਵਾਈ ਹੈ ਸਿੱਖਾਂ ਦੇ ਨਾਲ, ਪੰਜਾਬ ਦੇ ਵਿੱਚ ਦਲਿਤ ਨੌਨ ਦਲਿਤ ਦਾ ਸਵਾਲ ਖੜਾ ਕਰਨਾ, ਪੰਜਾਬ ਦੀਆਂ ਪਾਰਟੀਆਂ ਨੂੰ ਆਪਸ ਵਿੱਚ ਵੰਡਣਾ, ਸਰਕਾਰ ਨੂੰ ਇਹੋ ਜਿਹੇ ਪਾਸੇ ਲਾ ਕੇ ਰੱਖਣਾ, ਇੱਥੇ ਪੰਜਾਬ ਤਾਂ ਉਹਨਾਂ ਦਾ ਇਹ ਰਹੇਗਾ। ਬਾਕੀ ਜਗ੍ਹਾ ਦੇ ਉੱਤੇ ਹਿੰਦੂ ਮੁਸਲਮਾਨ ਦਾ ਸਵਾਲ ਪੈਦਾ ਕਰਨਾ, ਜਿਹੜੀ ਕਸ਼ਮੀਰ ਫਾਈਲਜ਼ ਹੈ, ਕਸ਼ਮੀਰ ਫਾਈਲਜ਼ ਵਾਲੀ ਫਿਲਮ ਦੇ ਨਾਲ ਪੂਰੇ ਮੁਲਕ ਦੇ ਵਿੱਚ ਪੂਰਾ ਜਦ ਥੀਏਟਰ ਚੋਂ ਬਾਹਰ ਆਉਂਦੇ ਨੇ ਲੋਕ, ਉਹ ਫਿਰ ਨਾਰੇ ਉਹੀ ਲਾਉਂਦੇ ਨੇ। ਮੈਂ ਪਹਿਲੀ ਵਾਰੀ ਦੇਖਿਆ ਹੈ ਕਿ ਜਿਹੜਾ ਵਿਕਰਮੀ ਸੰਮਤ ਹੈ, ਨਵਾਂ ਸੰਮਤ ਸਾਰੇ ਘਰਾਂ 'ਚ ਮਨਾਇਆ ਜਾਂਦਾ ਹੈ। ਅਸੀਂ ਨਵੇਂ ਸੰਮਤ ਨੂੰ ਲਿਖਦੇ ਸੀ, ਬਈ ਦੇ ਵਿੱਚ ਵੀ ਲਿਖਦੇ ਸੀ, ਮੈਂ ਖੁਦ ਲਿਖਦਾ ਸੀ ਲੰਡੇ ਭਾਸ਼ਾ ਦੇ ਵਿੱਚ, ਜਿਹਨੂੰ ਕੱਚੀ ਭਾਸ਼ਾ ਕਹਿੰਦੇ, ਜਿਹਨੂੰ ਇਹ ਮਨੀਮੀ ਸਾਰੀ ਉਸੇ 'ਚ ਹੀ ਹੁੰਦੀ ਹੈ, ਕਿ ਮਨਾਉਂਦੇ ਸੀ, ਕੰਜਕਾਂ ਨੂੰ ਖਿਲਾਉਂਦੇ ਸੀ, ਸਾਰਾ ਕੁਝ ਕਰਦੇ ਸੀ ਵਿਧੀਵਤ ਜੀ। ਪਰ ਇਸ ਵਾਰੀ ਮੈਂ ਪਹਿਲੀ ਵਾਰ ਦੇਖਿਆ ਵੀ ਇੱਕ ਵਿਸ਼ੇਸ਼ ਕਿਸਮ ਦਾ ਝੰਡਾ, ਵਿਸ਼ੇਸ਼ ਕਿਸਮ ਦਾ ਬੈਨਰ, ਉਹ ਆਰਐਸਐਸ ਬੀਜੇਪੀ ਨੇ ਸਾਰਿਆਂ ਨੂੰ ਭੇਜਿਆ, ਉਹ ਗਾਂ ਦੀ ਗਾਂ ਭੇਜ ਰਹੇ ਨੇ, ਕਈਆਂ ਨੇ ਆਪਦੇ ਘਰਾਂ ਤੇ ਵੀ ਲਾਇਆ। ਇਹ ਤੋਂ ਪਤਾ ਲੱਗਦਾ ਹੈ ਕਿ ਉਹ ਜਿਹੜਾ ਸਾਡਾ ਇੱਕ ਪਰਵ ਸੀ ਵਿਕਰਮੀ ਸੰਮਤ, ਉਹ ਪਰਵ ਸਾਡਾ ਖੁਸ਼ੀਆਂ ਦਾ ਪਰਵ ਸੀ। ਉਹ ਸਾਡਾ ਪਰਵ ਜਿਹੜਾ ਸੀ, ਉਹਦੇ ਬੇਸ ਤੇ ਸਾਡੀਆਂ ਜੰਤਰੀਆਂ ਚੱਲਦੀਆਂ ਸੀ, ਉਹਦੇ ਬੇਸ ਦੇ ਉੱਤੇ ਅਸੀਂ ਸਾਰੇ ਤਿਉਹਾਰ ਮਨਾਉਂਦੇ ਸੀ, ਚਾਹੇ ਉਹ ਤੀਆਂ ਨੇ, ਤੀਆਂ ਤੀਜ ਦੀਆਂ, ਆਉਂਦੇ ਵਰੇ ਫੇਰ ਤੀਆਂ ਤੀਜ ਦੀਆਂ, ਚਾਹੇ ਗੁੱਗਾ ਨੌਮੀ ਮਨਾਉਂਦੇ ਸੀ, ਚਾਹੇ ਰਾਮ ਨੌਮੀ ਮਨਾਉਂਦੇ ਸੀ, ਚਾਹੇ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਂਦੇ ਸੀ, ਚਾਹੇ ਸ਼ਿਵ ਚੌਦੇ ਮਨਾਉਂਦੇ ਸੀ। ਉਹ ਸਾਡੀਆਂ ਸਾਰੀਆਂ ਤਿਥਾਂ ਦੇ ਆਧਾਰਿਤ ਸੀਗੀਆਂ ਜੀ, ਪੱਖਾਂ ਦੇ ਆਧਾਰਿਤ ਸੀਗੀਆਂ। ਉਹ ਸਾਡਾ ਪਰ ਏਕਾ ਸੀ, ਉਹਦੇ 'ਚ ਕੋਈ ਝਗੜਾ ਨਹੀਂ ਸੀ, ਉਹ 'ਚ ਕੋਈ ਰੌਲਾ ਨਹੀਂ ਸੀ, ਉਹਦੇ 'ਚ ਕੋਈ ਲੜਾਈ ਨਹੀਂ ਸੀ। ਜਾਂ ਫਿਰ ਮੁਕਤਸਰ ਦਾ ਮੇਲਾ, ਮਾਘੀ ਦਾ ਮੇਲਾ ਸੀ, ਮਨਾਉਂਦੇ ਸੀ ਇੱਕ ਮਾਘ ਨੂੰ। ਸੋ ਇਹ ਜਿਹੜਾ ਮਾਘ ਦਾ ਇਸ਼ਨਾਨ ਕਰਦੇ ਸੀ ਲੋਕ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ ਜੀ। ਤੇ ਅਸੀਂ ਉਹ ਜਿਹੜਾ ਸਾਡਾ ਏਕਾ ਸੀ ਕਿ ਅਸੀਂ ਆਪਦੇ ਧਰਮ 'ਚ ਪੱਕੇ ਰਹਿੰਦੇ ਹੋਏ, ਆਪਦੇ ਧਰਮ 'ਚ ਨਿਸ਼ਠਾ ਰੱਖਦੇ ਹੋਏ, ਅਸੀਂ ਦੂਜਿਆਂ ਨੂੰ ਬਰਾਬਰ ਦਾ ਹੱਕ ਦਿੰਦੇ ਸੀ, ਨਾ ਅਸੀਂ ਕਿਸੇ ਦਾ ਹੱਕ ਖੋਹਦੇ ਸੀ ਤੇ ਨਾ ਆਪਣਾ ਖੋਹਣ ਦਿੰਦੇ ਸੀ। ਇਨਸਾਨੀਅਤ ਦਾ ਵਾਸਾ ਹੁੰਦਾ ਸੀ ਲੋਕਾਂ 'ਚ, ਉਹ ਇਨਸਾਨੀਅਤ ਦਾ ਵਾਸਾ ਕਿਤੇ ਨਾ ਕਿਤੇ ਹੁਣ ਤੋੜ ਦਿੱਤਾ ਗਿਆ ਹੈ, ਤੇ ਹੁਣ ਉਹ ਭਗਵਾਂ ਕਰਨ ਦਿਮਾਗਾਂ ਦੇ ਵਿੱਚ ਭਰ ਦਿੱਤਾ ਗਿਆ ਹੈ। ਮੈਨੂੰ ਲੱਗਦਾ ਹੁਣ ਸਾਡੇ ਬੱਚਿਆਂ ਦੇ ਮਨ 'ਚ ਜਿਹੜੇ ਬੰਬ ਨੇ, ਉਹ ਨਿਊਟਰੋਨ ਬੰਬ ਫਿੱਟ ਕਰਨ ਦੀ ਲੋੜ ਨਹੀਂ ਹੈ, ਨਿਊਕਲੀਅਰ ਬੰਬ ਫਿੱਟ ਕਰਨ ਦੀ ਲੋੜ ਨਹੀਂ ਹੈ। ਹੁਣ ਧਰਮ ਦੇ ਬੰਬ ਫਿੱਟ ਹੋਣਗੇ ਤੇ ਉਹ ਫਟਣਗੇ, ਉਹ ਫਟਣ ਨਾਲ ਸਾਡੇ ਬੱਚੇ ਵੀ ਮਰਨਗੇ ਤੇ ਗੁਆਂਢੀਆਂ ਨੂੰ ਮਰਨਗੇ ਜੀ। ਦੇਖੋ ਹੁਣ ਤੇ ਵਕਤ ਬੀਤ ਗਿਆ, ਹੁਣ ਤੇ ਇਲੈਕਸ਼ਨਸ ਦਾ ਰਿਜ਼ਲਟ ਵੀ ਆ ਗਿਆ, 1 ਮਹੀਨਾ ਹੋ ਗਿਆ ਨਵੀਂ ਸਰਕਾਰ ਨੂੰ ਆਪਣਾ ਰਿਸਪੌਂਸਿਬਿਲਟੀ ਸੰਭਾਲਦੇ ਹੋਏ, ਸੋ ਉਹਦਾ ਵੀ ਆਪਾਂ ਜ਼ਿਕਰ ਕਰਨਾ ਹੈ। ਪਰ ਇਹ ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਕਿਸਾਨਾਂ ਦੀ ਰਾਜਨੀਤਿਕ ਪਾਰਟੀ ਬਾਰੇ ਕੁਝ ਸਿਆਣੇ ਇਹ ਮੰਨਦੇ ਨੇ ਕਿ ਜੇ ਇਹ ਕਿਸਾਨ ਆਪਣੀ ਰਾਜਨੀਤਿਕ ਪਾਰਟੀ ਬਣਾਉਣ ਦੀ ਬਜਾਏ, ਪੂਰੀਆਂ ਇਲੈਕਸ਼ਨਸ ਲੜਨ ਦੀ ਬਜਾਏ 5-7 ਬੰਦਿਆਂ ਨੂੰ ਇਲੈਕਸ਼ਨਸ 'ਚ ਉਤਾਰ ਦੇ, ਤਾਂ ਹੋ ਸਕਦਾ ਕਿ ਕੋਈ ਰਿਵਾਇਤੀ ਪਾਰਟੀਆਂ ਵੀ ਉਹਨਾਂ ਦੇ ਖਿਲਾਫ ਆਪਣਾ ਕੋਈ ਕੈਂਡੀਡੇਟ ਨਾ ਉਤਾਰਦੀਆਂ ਤੇ ਉਹ 5-7 ਬੰਦੇ ਜ਼ਰੂਰ ਜਿੱਤਦੇ ਕਿਸਾਨਾਂ ਦੇ, ਤੇ ਉਹ ਕਮ ਸੇ ਕਮ ਵਿਧਾਨ ਸਭਾ ਦੇ ਵਿੱਚ ਬਹਿੰਦੇ ਤੇ ਕਿਸਾਨਾਂ ਦੇ ਮੁੱਦੇ ਚੁੱਕਦੇ। ਪ੍ਰੈਸ਼ਰ ਗਰੁੱਪ ਵਜੋਂ ਹੀ 5-7 ਬੰਦੇ ਬਿਠਾਏ ਜਾਂਦੇ ਤੇ ਪ੍ਰੈਸ਼ਰ ਗਰੁੱਪ ਹੀ ਬਣ ਕੇ ਰਹਿੰਦੇ, ਪਰ ਉਹ ਵਕਤ ਬੀਤ ਗਿਆ। ਦੂਜੇ ਲੋਕ ਇਹ ਵੀ ਕਹਿੰਦੇ ਨੇ ਕਿ ਜਿਵੇਂ ਇੰਗਲੈਂਡ ਦੇ ਵਿੱਚ ਗ੍ਰੀਨ ਪਾਰਟੀ ਸ਼ੁਰੂ ਦੇ ਵਿੱਚ ਕੋਈ ਖਾਸ ਕਾਰਗੁਜ਼ਾਰੀ ਨਹੀਂ ਕਰ ਸਕੀ ਸੀ,
ਪਰ ਅੱਜ ਗ੍ਰੀਨ ਪਾਰਟੀ ਦਾ ਬਹੁਤ ਵੱਡਾ ਹੋਲਡ ਹੈ ਪਾਰਲੀਮੈਂਟ ਦੇ ਵਿੱਚ, ਇੰਗਲੈਂਡ ਦੇ ਵਿੱਚ, ਤਾਂ ਹੋ ਸਕਦਾ ਹੈ ਕਿ ਕਿਸਾਨਾਂ ਦੀ ਸਿਆਸੀ ਪਾਰਟੀ ਵੀ ਗ੍ਰੀਨ ਪਾਰਟੀ ਵਾਕਨ ਆਪਣਾ ਹੋਲਡ ਬਣਾ ਸਕੇ। ਪਰ ਇਹ ਵਕਤ ਦੱਸੇਗਾ ਕਿ ਆਉਣ ਵਾਲੇ ਵਕਤ 'ਚ ਇਹ ਪਾਰਟੀ ਕਿੱਥੇ ਖੜਦੀ ਹੈ। ਆਪਾਂ ਅੱਗੇ ਵਧਦੇ ਹਾਂ ਕਿ 1 ਮਹੀਨਾ ਹੋ ਗਿਆ ਹੈ ਮਾਨ ਸਾਹਿਬ ਨੂੰ ਸੀਐਮ ਬਣੇ ਹੋਏ। ਇਹ 1 ਮਹੀਨੇ ਦੇ ਵਿੱਚ ਜੋ ਡਾਇਰੈਕਸ਼ਨ ਦਿਖੀ, ਕੰਮ ਕਿਹੜੇ ਹੋਏ ਨੇ ਜਾਂ ਵਾਅਦੇ ਕਿਹੜੇ ਹੋਏ ਨੇ ਉਹ ਵੱਖਰੀ ਗੱਲ ਹੈ, ਪਰ ਕੰਮ ਕਰਨ ਦਾ ਤਰੀਕਾ ਕੀ ਹੈ, ਸੋਚ ਕਿੱਧਰ ਨੂੰ ਜਾ ਰਹੀ ਹੈ, ਤੁਹਾਨੂੰ ਕੀ ਲੱਗਦਾ ਹੈ? ਪੋਲਿਟਿਕਸ 'ਚ ਔਰ ਸਮਾਜ 'ਚ, ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਅੱਗੇ ਨੂੰ ਪਤਾ ਲੱਗੂ, ਹੁਣ ਚੋਣਾਂ ਤਾਂ ਹੋ ਗਈਆਂ ਕਿ ਗ੍ਰੀਨ ਪਾਰਟੀ ਕਿਸਾਨ ਪਾਰਟੀ ਅੱਗੇ ਆਉਂਦੀ ਹੈ, ਨਹੀਂ ਆਉਂਦੀ। ਕਿਸਾਨ ਪਾਰਟੀ ਅਲਟੀਮੇਟਲੀ ਪਾਰਟੀਆਂ ਬਣਦੀਆਂ ਨੇ, ਜਿੰਨੇ ਆ ਲੋਕ ਦਲ ਹੋਰ ਬਣੇ ਨੇ ਰੀਜਨਲ ਪਾਰਟੀਆਂ, ਇਹ ਪਹਿਲਾਂ ਕਿਸਾਨਾਂ 'ਚੋਂ ਹੀ ਨਿਕਲੀਆਂ ਨੇ ਬਹੁਤੀਆਂ। ਸੋ ਰੀਜਨਲ ਪਾਰਟੀਆਂ ਆਉਂਦੀਆਂ ਨੇ, ਉਹ ਨਹੀਂ ਕੋਈ ਗੱਲ। ਹੁਣ ਜਿਹੜੀ ਪੰਜਾਬ ਦੀ ਸਰਕਾਰ ਹੈ, ਜਿਹੜੀ ਆਪ ਪਾਰਟੀ ਦੀ ਸਰਕਾਰ ਹੈ, ਇਹਦੀ ਨਿਸ਼ਠਾ ਦੇ ਵਿੱਚ ਕਿ ਪੰਜਾਬ ਵਾਸਤੇ ਕੁਝ ਕਰਨਾ ਜੋ ਵਾਅਦੇ ਸੀਗੇ, ਉਹਦੇ 'ਚ ਮੈਨੂੰ ਅਜੇ ਵੀ ਕੋਈ ਸ਼ੰਕਾ ਨਹੀਂ ਲੱਗਦੀ। ਪਰ ਜਿਹੜਾ ਤੌਰ ਤਰੀਕਾ ਹੈ, ਮੈਨੂੰ ਕਿਸੇ ਨੇ ਪੁੱਛਿਆ ਵੀ ਫਲਾਣਾ ਅਫਸਰ ਬੜਾ ਇਮਾਨਦਾਰ ਹੈ, ਮੈਂ ਕਿਹਾ ਹਾਂਜੀ ਹੈਗਾ। ਕਹਿੰਦੇ ਮਿਹਨਤੀ ਬੜਾ ਹੈ, ਮੈਂ ਕਿਹਾ ਜੀ ਹੈਗਾ। ਕਹਿੰਦੇ ਉਹ ਕਮਿਟਡ ਬੜਾ ਵੀ ਮੈਂ ਕੰਮ ਕਰਨਾ, ਮੈਂ ਕਿਹਾ ਹਾਂਜੀ ਹੈਗਾ। ਕਹਿੰਦੇ ਫੇਰ ਕੀ ਤੁਹਾਡਾ ਕੀ ਇਤਰਾਜ਼ ਹੈ ਉਹਦੇ ਨਾਲ? ਮੈਂ ਕਿਹਾ ਜੀ ਉਹਨੂੰ ਸਰਜਰੀ ਨਹੀਂ ਕਰਨੀ ਆਉਂਦੀ, ਮੈਂ ਉਹ ਤੋਂ ਆਪਦਾ ਪੇਟ ਕਿਉਂ ਪੜਵਾਉਂਗਾ? ਸੋ ਮੈਨੂੰ ਐਂ ਲੱਗਦਾ ਹੈ ਵੀ ਕਿਤੇ ਨਾ ਕਿਤੇ ਸਰਕਾਰ ਚਲਾਈ ਦੀ ਕਿਵੇਂ ਹੈ, ਉਹਦੇ 'ਚ ਗੈਪ ਨੇ ਜੀ। ਉਹ ਜਿਹੜੇ ਪਾੜੇ ਨੇ, ਉਹ ਜੇ ਦਿੱਲੀ ਪੂਰੇ ਕਰੂਗੀ, ਜੇ ਦਿੱਲੀ ਬੁਲਾ ਕੇ ਉਹਨਾਂ ਦੇ ਫੈਸਲੇ ਹੋਣਗੇ, ਜਿੰਨੇ ਮਰਜ਼ੀ ਉਹ ਚੰਗੇ ਹੋਣ ਜੀ, ਜੇ ਇਹ ਪੰਜਾਬ ਨੂੰ ਮਨਜ਼ੂਰ ਨਹੀਂ ਹੋਣੇ ਕਦੇ ਵੀ। ਦੂਜੀ ਗੱਲ, ਨਾ ਉਹ ਪੰਜਾਬ ਦੇ ਹੱਕ 'ਚ ਹੋ ਸਕਦੇ ਨੇ, ਕਿਉਂਕਿ ਉੱਥੇ ਬੈਠਿਆ ਬੰਦਾ, ਸਾਡੇ ਤਾਂ ਕੇਂਦਰ ਦੇ ਅਧਿਕਾਰੀ ਜਿਹੜੇ ਉਰੇ ਆ ਕੇ ਵਿਜ਼ਿਟ ਵੀ ਕਰਕੇ ਜਾਂਦੇ ਨੇ ਕਿੰਨੇ ਵਾਰੀ, ਸਾਡੀ ਤਾਂ ਉਹਨਾਂ ਨਾਲ ਰੋਜ਼ ਟੱਕਰ ਰਹਿੰਦੀ ਸੀ। ਮੈਂ ਸਰਕਾਰੀ ਅਧਿਕਾਰੀ ਰਿਹਾ, ਮੈਨੂੰ ਪਤਾ ਵੀ ਅਸੀਂ ਮੈਡੀਕਲ ਕਾਲਜਾਂ ਬਾਰੇ, ਸਿਹਤ ਬਾਰੇ ਉਹਨਾਂ ਨਾਲ ਇੱਟ ਖੜੇ ਕਰਨ ਲਈ ਸਾਡਾ ਭਾਰਤੀ ਸਰਕਾਰ ਦੀਆਂ, ਜਦ ਮੈਂ ਮੀਟਿੰਗਾਂ 'ਚ ਜਾਂਦਾ ਸੀ ਕਿ ਜੀ ਤੁਸੀਂ ਸਾਡੇ ਸੂਬੇ 'ਚ ਆਹ ਕਰੀ ਜਾਂਦੇ ਹੋ, ਦੱਸੋ ਇਹਨੂੰ ਅਸੀਂ ਕਿਵੇਂ ਕਰੀਏ, ਤੁਸੀਂ ਤਾਂ ਸਾਰੇ ਖਰਾਬ ਕਰ ਰਹੇ ਹੋ। ਤੇ ਫਿਰ ਉਹਨਾਂ ਨੇ ਮੰਨਣਾ ਵੀ, ਔਰ ਕਿੰਨੀਆਂ ਗੱਲਾਂ ਮੈਂ ਪੰਜਾਬ ਦੇ ਹੱਕ 'ਚ ਬਣਾ ਕੇ ਆਇਆ। ਕਈ ਵਾਰੀ ਫਾਈਨੈਂਸ ਕਮਿਸ਼ਨ 'ਚੋਂ ਪੈਸੇ ਵੀ ਲੈ ਕੇ ਆਏ ਅਸੀਂ, ਸਪੈਸ਼ਲ ਗ੍ਰਾਂਟ ਹੁੰਦੀ ਹੈ। ਸਵਾਲ ਇਹ ਹੈ ਕਿ ਦਿੱਲੀ ਵਾਲੇ, ਦਿੱਲੀ ਕੁਝ ਹੋਰ ਹੈ, ਦਿੱਲੀ ਪੂਰਾ ਅਰਬਨ ਏਰੀਆ ਬਹੁਤਾ, ਰੂਰਲ ਏਰੀਆ ਬਹੁਤ ਘੱਟ ਹੈ, ਆਮਦਨ ਬਹੁਤ ਜ਼ਿਆਦਾ ਹੈ, ਤੇ ਬਹੁਤ ਸਾਰਾ ਕੁਝ ਉੱਥੇ ਮੈਟਰੋਪੋਲੀਟਨ ਕਾਰਪੋਰੇਸ਼ਨਾਂ ਕੋਲ ਹੈ, ਤੇ ਜਾਂ ਫਿਰ ਦਿੱਲੀ ਸਰਕਾਰ ਕੋਲ ਹੈ, ਕੇਂਦਰ ਦੀ ਸਰਕਾਰ ਕੋਲ ਹੈ। ਦਿੱਲੀ ਦੀਆਂ ਜ਼ਿੰਮੇਵਾਰੀਆਂ ਹੋਰ ਤਰ੍ਹਾਂ ਦੀਆਂ ਨੇ, ਪਰ ਪੰਜਾਬ ਦੀਆਂ ਜ਼ਿੰਮੇਵਾਰੀਆਂ ਬਿਲਕੁਲ ਵੱਖਰੀਆਂ ਨੇ। 13,000 ਪਿੰਡ ਹੈ, ਥਾਂ ਥਾਂ ਦੇ ਕੋਈ ਛੋਟੇ ਪਿੰਡ ਨੇ, 100-150 ਦੀ ਆਬਾਦੀ ਤੋਂ ਲੈ ਕੇ 15,000 ਦੀ ਆਬਾਦੀ ਤੱਕ ਦੇ ਪਿੰਡ ਨੇ। ਹੁਣ ਤੁਸੀਂ ਜਿੱਥੇ ਏਡਾ ਵੱਡਾ ਗੈਪ ਹੈ, ਏਡੀ ਵੱਡੀ ਤੁਸੀਂ ਵਿਭਿੰਨਤਾ ਕਹਿ ਲਓ, ਡਾਇਵਰਸਿਟੀ ਕਹਿ ਲਓ, ਰੂਰਲ ਏਰੀਏ 'ਚ ਹੀ ਤੁਹਾਨੂੰ ਇਹ ਕਹਿ ਕੇ ਵੀ ਇੱਕ ਪਿੰਡ ਨੂੰ ਇੱਕ ਸਕੂਲ ਖੋਲ ਦਿਓ, ਤੁਹਾਡਾ ਕੰਮ ਹੀ ਨਹੀਂ ਚੱਲਣਾ। ਮਾਲਵੇ ਦੇ ਵਿੱਚ ਪੜ੍ਹਾਈ ਥੱਲੇ ਤਾਂ ਹੀ ਗਈ ਹੈ, ਔਰ ਦਿੱਲੀ ਵਾਲਿਆਂ ਦਾ ਫਾਰਮੂਲਾ ਫਿਰ ਉਹੀ ਰਹਿਣਾ, ਪੁਰਾਣਾ ਦਾ ਵੀ ਇਹੀ ਸੀ। ਇੱਕ 15,000 ਦਾ ਪਿੰਡ ਹੈ, ਉੱਥੇ ਵੀ ਇੱਕ ਸਕੂਲ, ਇੱਕ ਜਿੱਥੇ 150 ਘਰ ਹੈ, 100 ਘਰ ਹੈ, ਉਹ 100 ਦੀ ਆਬਾਦੀ ਹੈ ਰਾਦਰ, ਉੱਥੇ ਵੀ ਇੱਕ ਸਕੂਲ। ਫਿਰ ਤਾਂ ਗੜਬੜ ਹੋਣੀ ਹੈ। ਇਸੇ ਕਰਕੇ ਹੁਸ਼ਿਆਰਪੁਰ 'ਚ ਲਿਟਰੇਸੀ ਰੇਟ ਜ਼ਿਆਦਾ ਰਿਹਾ, ਇਹ ਦੁਆਬੇ 'ਚ ਜ਼ਿਆਦਾ ਰਿਹਾ, ਕਿਉਂਕਿ ਉੱਥੇ ਪਿੰਡ ਛੋਟੇ ਨੇ, ਤੇ ਮਾਲਵੇ ਦੇ ਵਿੱਚ ਘੱਟ ਰਿਹਾ, ਮਾਲਵੇ ਦੇ ਪਿੰਡ ਹੀ ਬਹੁਤ ਵੱਡੇ ਨੇ। ਸੋ ਇਸ ਕਰਕੇ ਜਿਹੜਾ ਦਿੱਲੀ ਵਾਲਿਆਂ ਦਾ ਫਾਰਮੂਲਾ ਹੈ, ਉਹ ਨਾ ਸਾਡੇ ਸ਼ਹਿਰਾਂ 'ਤੇ ਫਿੱਟ ਆਵੇ, ਨਾ ਸਾਡੇ ਪਿੰਡਾਂ 'ਤੇ ਫਿੱਟ ਆਵੇ, ਨਾ ਸਾਡੇ ਅਰਥਚਾਰੇ ਨੂੰ ਫਿੱਟ ਆਵੇ। ਸਾਨੂੰ ਆਪਦਾ ਪੰਜਾਬੀਆਂ ਦਾ ਤੌਰ ਤਰੀਕਾ, ਜਿਹੜੇ ਇੱਥੇ 92 ਚੁਣੇ ਗਏ ਨੇ, ਐਵੇਂ ਨਹੀਂ ਵੀ ਉਹਨਾਂ ਨੂੰ ਕੁਝ ਪਤਾ ਹੀ ਨਹੀਂ, ਉਹ ਆਪਣਾ ਸਿਆਣਪ ਨਾਲ ਕੰਮ ਕਰਨ। ਹਾਂ, ਦਿੱਲੀ ਵਾਲਿਆਂ ਤੋਂ ਅਸੀਂ ਹਮੇਸ਼ਾ ਹੀ ਇੱਕ ਦੂਜੇ ਤੋਂ ਸਿੱਖਦੇ ਆਏ ਹਾਂ। ਪੰਜਾਬੀਆਂ ਦੀ ਤਾਂ ਇਹ ਆਦਤ ਹੈ, ਦਿੱਲੀ ਵਾਲੇ ਆਪਦੀ ਆਪ ਪਾਰਟੀ ਦੀ ਟ੍ਰੇਨਿੰਗ ਲਾ ਲੈਣ, ਆਪਦੇ ਐਮਐਲਏ ਦੀ ਵੱਖਰੀ ਜੀ, ਹਰ ਮਹੀਨੇ ਲਾ ਲੈਣ, ਚਾਹੇ 2 ਦਿਨ ਦੀ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ। ਪਰ ਜੇ ਉਹ ਇੱਥੋਂ ਦੇ ਅਧਿਕਾਰੀਆਂ ਨੂੰ ਬੁਲਾ ਕੇ ਦੱਸਣਗੇ ਵੀ ਤੁਸੀਂ ਕਿਵੇਂ ਕੰਮ ਕਰਨਾ ਹੈ, ਤਾਂ ਮੈਨੂੰ ਥੋੜ੍ਹਾ ਜਿਹਾ ਸ਼ੰਕਾ ਲੱਗਦੀ ਹੈ, ਕਿਉਂਕਿ ਆਈਏਐਸ ਸਾਰੇ ਇੱਕੋ ਡਾਟ 'ਚੋਂ ਸਿਲੈਕਟ ਹੋ ਕੇ ਆਉਂਦੇ ਨੇ ਹਰ ਸਾਲ, ਆਈਪੀਐਸ ਵੀ ਇੱਕੋ ਡਾਟ 'ਚੋਂ ਸਿਲੈਕਟ ਹੋ ਕੇ ਆਉਂਦੇ ਨੇ। ਤੇ ਜੇ ਤੁਸੀਂ ਉਹ ਇੱਕੋ ਡਾਟ 'ਚੋਂ ਸਿਲੈਕਟ ਹੋਏ ਆਇਆਂ ਨੂੰ ਤੁਸੀਂ ਦੱਸੋਗੇ, ਡਾਕਟਰ ਵੀ ਇੱਕੋ ਇਮਤਿਹਾਨ ਪਾਸ ਕਰਕੇ ਆਉਂਦੇ ਨੇ ਪੂਰੇ ਮੁਲਕ ਦਾ, ਤੇ ਜੇ ਤੁਸੀਂ ਉਹਨਾਂ ਨੂੰ ਦੱਸੋਗੇ ਵੀ ਪੰਜਾਬ ਵਾਲਿਆਂ ਨੂੰ ਦਿੱਲੀ ਵਾਲੇ ਪੜ੍ਹਾਉਣਗੇ, ਤਾਂ ਮੈਨੂੰ ਲੱਗਦਾ ਵੀ ਕਿਤੇ ਗੜਬੜ ਵੱਡੀ ਹੋਣੀ ਹੈ, ਕਿਉਂਕਿ ਉਹ ਤਾਂ ਪਹਿਲੇ ਹੀ ਟ੍ਰੇਨ ਨੇ, ਉਹਨੇ ਤਾਂ ਸਾਰੀ ਇੱਕੋ ਜੀ ਨੇ। ਦੂਜੀ ਗੱਲ, ਉਹਨਾਂ ਦਾ ਤਜਰਬਾ ਆਪਣਾ ਹੈ, ਸਾਡਾ ਆਪਣਾ ਹੈ, ਅਸੀਂ ਉਹਨਾਂ ਦੇ ਤਜਰਬੇ ਤੋਂ ਸਿੱਖ ਸਕਦੇ ਹਾਂ, ਪਰ ਸਾਡੀਆਂ ਮੀਟਿੰਗਾਂ ਲੈ ਕੇ ਨਹੀਂ। ਫਿਰ ਅਸੀਂ ਉਹਨਾਂ ਨੂੰ ਕਹਾਂਗੇ ਕਿ ਯਾਰ ਇੱਕ ਸੈਕਟਰੀ ਦੂਜੇ ਸੈਕਟਰੀ ਹਮੇਸ਼ਾ ਮੀਟਿੰਗਾਂ ਕਰਦੇ ਆਏ ਨੇ। ਮੈਂ ਇੱਥੇ ਪੰਜਾਬ ਸਰਕਾਰ ਨੇ ਰੂਲ ਬਣਾਉਣੇ ਸੀ, ਆਹ ਜਿਹੜਾ ਸਿੱਖਿਆ ਅਧਿਕਾਰ ਕਾਨੂੰਨ ਹੈ, ਉਹਦੇ ਵਿੱਚ ਮੈਂ ਟੈਕਨੀਕਲ ਐਕਸਪਰਟ ਸੀਗਾ। ਉੱਥੇ ਮੈਂ ਦੇਖਿਆ ਕਿ ਹਿਮਾਚਲ ਦੇ, ਹਰਿਆਣੇ ਦੇ, ਪੰਜਾਬ ਦੇ ਤਿੰਨਾਂ ਦੇ ਸੈਕਟਰੀ ਇਕੱਠੇ ਬੈਠ ਕੇ ਮੀਟਿੰਗ ਕਰੀ ਆਪਸ ਵਿੱਚ, ਪਰ ਉਹ ਸੈਕਟਰੀ ਆਪਸ ਵਿੱਚ ਮੀਟਿੰਗ ਕਰ ਲੈਂਦੇ ਨੇ, ਚੀਫ ਸੈਕਟਰੀ ਆਪਸ ਵਿੱਚ ਮੀਟਿੰਗ ਕਰ ਲੈਂਦੇ ਨੇ, ਪਰ ਉਹ 'ਚ ਸਿਆਸੀ ਦਖਲਅੰਦਾਜ਼ੀ ਨਹੀਂ ਹੁੰਦੀ।
ਜੀ 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 ਸਿਆਸੀ ਦਖਲਅੰਦਾਜ਼ੀ ਸਿਆਸਤ ਵਾਲੇ ਆਪਸ ਵਿੱਚ ਕਰਨ, ਕੋਈ ਇਤਰਾਜ਼ ਨਹੀਂ। ਇੱਥੋਂ ਦੇ ਸੀਐਮ ਜਾ ਕੇ ਦਿੱਲੀ ਦੇ ਸੀਐਮ ਨਾਲ ਮੀਟਿੰਗ ਕਰਨ, ਇੱਥੋਂ ਦੇ ਐਜੂਕੇਸ਼ਨ ਮਿਨਿਸਟਰ ਜਾ ਕੇ ਦਿੱਲੀ ਦੇ ਐਜੂਕੇਸ਼ਨ ਮਿਨਿਸਟਰ ਨਾਲ ਮੀਟਿੰਗ ਕਰਨ, ਸਿਹਤ ਮੰਤਰੀ ਨਾਲ ਕਰਨ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਹਾਂਜੀ। ਜੇ ਇੱਥੋਂ ਦੀ ਬਿਊਰੋਕ੍ਰੇਸੀ ਨੂੰ ਦਿੱਲੀ ਬੁਲਾ ਕੇ ਦੱਸਿਆ ਜਾਏਗਾ, ਚਾਹੇ ਉਹ ਸਾਡੇ ਮੁੱਖ ਮੰਤਰੀ ਦੀ ਹਾਜ਼ਰੀ 'ਚ ਵੀ ਕਿਉਂ ਨਾ ਹੋਵੇ, ਤਾਂ ਵੀ ਗਲਤ ਹੋਏਗਾ। ਇਹ ਅਸੀਂ ਗਲਤ ਪਾਸੇ ਤੁਰੇ ਹੋਏ ਹਾਂ, ਇਹ ਤੋਂ ਮੋੜਾ ਕੱਟਣਾ ਪਊ। ਕਈ ਵਾਰ ਇਹ ਵੀ ਗੱਲ ਸੁਣਨ ਨੂੰ ਆਉਂਦੀ ਆ ਕਿ ਵੀਡੀਓ ਕਾਨਫਰੈਂਸਿੰਗ ਰਾਹੀਂ ਵੀ ਉਹਨਾਂ ਨੂੰ ਹਿਦਾਇਤਾਂ ਦਿੱਤੀਆਂ ਜਾਂਦੀਆਂ ਨੇ। ਖੈਰ, ਅੰਦਰ ਦੀਆਂ ਗੱਲਾਂ ਜਦੋਂ ਬਾਹਰ ਆਉਂਦੀਆਂ ਨੇ ਤਾਂ ਉਹਦੇ ਨਤੀਜੇ ਵੀ ਵੱਖੋ-ਵੱਖ ਬਾਹਰ ਆਉਂਦੇ ਨੇ। ਸੁਖਬੀਰ ਬਾਦਲ ਸਾਹਿਬ, ਸਾਡੇ 102 ਸਾਲ ਪੁਰਾਣੀ ਜੋ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਤਾਂ ਸੁਖਬੀਰ ਬਾਦਲ ਕਹਿੰਦੇ ਨੇ ਕਿ ਭਗਵੰਤ ਮਾਨ ਸਾਹਿਬ ਨੇ ਆਪਣੀਆਂ ਸੀਐਮ ਦੀਆਂ ਜਿਹੜੀਆਂ ਪਾਵਰਸ ਨੇ ਉਹ ਦਿੱਲੀ ਦੇ ਸੀਐਮ ਦੇ ਅੱਗੇ ਸਰੈਂਡਰ ਕਰ ਦਿੱਤੀਆਂ ਨੇ। ਤੁਸੀਂ ਐਗਰੀ ਕਰਦੇ ਹੋ ਇਸ ਚੀਜ਼ ਨਾਲ? ਦੇਖੋ, ਬਾਦਲ ਸਾਹਿਬ ਕੀ ਬੋਲਣਗੇ? ਸੁਖਬੀਰ ਬਾਦਲ ਸਾਹਿਬ ਨੇ ਤਾਂ ਸਾਰਾ ਪੰਥ ਬੀਜੇਪੀ ਦੇ ਅੱਗੇ ਕਰਤਾ ਸੀ ਜੀ। ਹੁਣ ਉਹ ਗੱਲ ਕਰਦੇ ਨੇ ਦੂਜਿਆਂ ਦੀ ਗੱਲ। ਮੈਂ ਐਗਰੀ ਕਰਨਾ ਨਾ ਕਰਨਾ ਵੱਖਰੀ ਗੱਲ ਹੈ। ਪਹਿਲਾਂ ਜਿਨ੍ਹਾਂ ਨੇ ਆਪ ਜਿਹੜੇ ਬਿਲਕੁਲ ਹੀ ਇੰਡੀਪੈਂਡੈਂਟ ਸੀ, ਪੰਥ ਤਾਂ ਵੈਸੇ ਹੀ ਇੰਡੀਪੈਂਡੈਂਟ ਸੀ ਨਾ, ਹਾਂਜੀ। ਤੇ ਜਿਹੜੀਆਂ ਇਹਨਾਂ ਨੇ ਕਿਤਾਬਾਂ ਸ਼੍ਰੋਮਣੀ ਕਮੇਟੀ ਵੱਲੋਂ ਛਪਾਈਆਂ ਨੇ, ਜਿਹੜਾ ਇਤਿਹਾਸ ਜਿਹੋ ਜਿਹਾ ਲਵਾਇਆ ਹੈ, ਸਾਰਾ ਆਰਐਸਐਸ ਦਾ ਪ੍ਰਚਾਰ ਕਰਦੇ ਰਹੇ ਨੇ। ਸੋ ਜਦ ਇਹ ਜਿਹੜੇ ਇੰਡੀਪੈਂਡੈਂਟ ਸੀਗੇ, ਸਰਕਾਰ ਤਾਂ ਉਹਨਾਂ ਦੀ ਸੌਂਪੀ ਹੋਈ ਸੀਗੀ ਇਹਨਾਂ ਨੇ। ਬਾਦਲ ਸਾਹਿਬ ਨੇ, ਸੁਖਬੀਰ ਬਾਦਲ ਸਾਹਿਬ ਨੇ ਕਿਹਾ ਸੀ ਵੀ ਸਾਨੂੰ ਜਿਤਾਓ, ਦਿੱਲੀ ਤੋਂ ਟਰੱਕ ਭਰ ਕੇ ਨੋਟਾਂ ਦੇ ਆਇਆ ਕਰਨਗੇ। ਕਦੇ ਦੇਖੇ ਤਾਂ ਹੈ ਨਹੀਂ ਉਹ ਜਿਹਾ ਟਰੱਕ ਛੱਡੋ, ਠੇਲਾ ਵੀ ਨਹੀਂ ਭਰ ਕੇ ਆਇਆ ਕੋਈ ਛੋਟਾ ਮੋਟਾ, ਤਾਂਗਾ ਵੀ ਨਹੀਂ ਭਰ ਕੇ ਆਇਆ, ਰਿਕਸ਼ਾ ਵੀ ਨਹੀਂ ਭਰ ਕੇ ਆਇਆ। ਸੋ ਇਹੋ ਜਿਹੀਆਂ ਗੱਲਾਂ ਕਰਨੀਆਂ ਅੱਜ ਸੁਖਬੀਰ ਬਾਦਲ ਜੀ ਨੂੰ ਸੌਂਦੀਆਂ ਨਹੀਂ। ਉਹ ਆਪਦੀ ਪਾਰਟੀ ਦਾ ਜ਼ਿਆਦਾ ਧਿਆਨ ਰੱਖਣ, ਤੇ ਜੇ ਕਰਨਾ ਤਾਂ ਇੱਥੇ ਪੰਜਾਬ ਦੇ ਜਿਹੜੇ ਅਧਿਕਾਰਾਂ ਦਾ ਗੱਲ ਹੈ। ਇੱਕ ਤਾਂ ਸਿੱਖੀ ਦੀ ਗੱਲ ਕਰਨ, ਉਹ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰਨ। ਪੰਜਾਬ ਦੇ ਅਧਿਕਾਰਾਂ ਦੇ ਉੱਤੇ ਐਜੀਟੇਸ਼ਨ ਵੀ ਲਾਂਚ ਕਰ ਸਕਦੇ ਨੇ ਜੇ ਕਰਨਾ ਚਾਹਣ, ਪਰ ਉਹਦੇ ਤੋਂ ਕਰਨ ਤਿਆਰ ਨਹੀਂ, ਕਿਉਂਕਿ ਐਜੀਟੇਸ਼ਨ ਲਾਂਚ ਕਰਨਗੇ ਫਿਰ ਬਿਜ਼ਨਸ ਕਿੱਧਰ ਜਾਊਗਾ। ਸੋ ਇਸ ਕਰਕੇ ਉਹ ਤਾਂ ਜੋ ਮਰਜ਼ੀ ਕਹਿਣ। ਪਰ ਜਿੱਥੋਂ ਤੱਕ ਸਵਾਲ ਹੈ ਕਿ ਵੀ ਪੰਜਾਬ ਦੀ ਸਰਕਾਰ ਦਾ, ਉਹ ਆਪਾਂ ਪਹਿਲਾਂ ਹੀ ਕਰ ਲਿਆ ਵੀ ਦਿੱਲੀ ਨੂੰ ਸਰੈਂਡਰ ਕਰਨ ਦਾ ਕੋਈ ਮਤਲਬ ਨਹੀਂ ਹੈ। ਦਿੱਲੀ ਤੋਂ ਰਾਏ ਲੈਣਾ, ਰਾਏ ਤਾਂ ਅਸੀਂ ਤਾਮਿਲਨਾਡੂ ਤੋਂ ਵੀ ਲੈ ਸਕਦੇ ਹਾਂ। ਜਿੱਥੇ ਵੀ ਕੋਈ ਚੰਗੀ ਚੀਜ਼ ਹੈ, ਇੱਥੇ ਸਾਡੇ ਵਫਦ ਜਾਂਦੇ ਨਹੀਂ। ਯੂਟੀ ਚੰਡੀਗੜ੍ਹ ਦੇ ਵਫਦ ਕਈ ਥਾਂ ਤੇ ਜਾਂਦੇ ਨੇ। ਅਸੀਂ ਕਿਤੇ ਤੇ ਦੇਖਣਾ ਵੀ ਯਾਰ ਪਾਣੀ ਕਿਵੇਂ ਸਪਲਾਈ ਕਰਦੇ ਨੇ, ਇਹ ਯਾਰ ਇਹ ਸ਼ਰਾਬ ਦੇ ਵਿੱਚੋਂ ਪੈਸਾ ਕਿਵੇਂ ਕਮਾ ਰਹੇ ਨੇ, ਜਾਂ ਇਹਨਾਂ ਨੇ ਨਸ਼ੇ ਕਿਵੇਂ ਕੰਟਰੋਲ ਕਰੇ ਨੇ, ਜਾਂ ਇਹਨਾਂ ਨੇ ਰੇਤ ਬਜਰੀ ਦਾ ਕੀ ਕਰਿਆ, ਜਾਂ ਇਹਨਾਂ ਨੇ ਸਿੱਖਿਆ ਕਿਵੇਂ ਸੁਧਾਰੀ ਹੈ, ਜਾਂ ਇਹਨਾਂ ਨੇ ਸਿਹਤ ਕਿਵੇਂ ਸੁਧਾਰੀ ਹੈ। ਤੇ ਕਿਸੇ ਤੋਂ ਸਿੱਖਣ 'ਚ ਕੀ ਹਰਜ ਹੈ? ਸਾਡੇ ਤਾਂ ਬਜ਼ੁਰਗ ਕਹਿੰਦੇ ਰਹੇ ਨੇ, ਅਨਪੜ੍ਹ ਬਜ਼ੁਰਗ ਕਹਿੰਦੇ ਰਹੇ ਨੇ ਵੀ ਭਾਈ ਕੰਧ ਤੋਂ ਵੀ ਸਲਾਹ ਲੈ ਲਈਦੀ ਆ। ਉਹ ਤਾਂ ਫੇਰ ਬੰਦੇ ਨੇ, ਫੇਰ ਤਜਰਬੇ ਕਰਨੇ, ਪਰ ਉਹਨਾਂ ਦੀ ਦਖਲਅੰਦਾਜ਼ੀ ਨਹੀਂ ਚੱਲੀ ਜਾਂਦੀ। ਕਹਿੰਦੇ ਸੁਣੀਏ ਸਭ ਕੀ, ਕਰੀਏ ਮਨ ਕੀ। ਹਾਂਜੀ। ਸਭ ਕੀ ਸੁਣਨ ਦੀ ਸਾਨੂੰ ਆਦਤ ਹੈਗੀ ਹੈ, ਪਰ ਜੇ ਸਾਨੂੰ ਕੋਈ ਹੁਕਮ ਦੇ ਕੇ ਕਰਾਏਗਾ ਫਿਰ ਸਾਨੂੰ ਇਹ ਕਹਿਣਾ ਪੈਂਦਾ ਹੈ, ਭਾਵ ਕਾਹੂ ਕੋ ਦੇਤ ਨਹੀਂ ਨਹਿ ਪਾਏ ਮਾਨਤਾਨ। ਨਾ ਅਸੀਂ ਡਰਦੇ ਹਾਂ ਤੇ ਨਾ ਅਸੀਂ ਡਰਾਉਣੇ ਹਾਂ ਜੀ। ਅਸੀਂ ਬਰਾਬਰ ਦੇ ਹੋ ਕੇ ਰਹਿਣਾ ਚਾਹੁੰਦੇ ਹਾਂ ਤੇ ਬਰਾਬਰ ਦੇ ਹੋ ਕੇ ਰਹਾਂਗੇ। ਜੇ ਆਪ ਪਾਰਟੀ ਨੇ ਨਾ ਰੱਖਿਆ ਤੇ ਫਿਰ ਇਹਨਾਂ ਦਾ ਤਵਾਜ਼ਨ ਹਿਲ ਜਾਏਗਾ। ਸੋ ਇਹ ਤਾਂ ਹੈ 102 ਸਾਲ ਪੁਰਾਣੀ ਸਾਡੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ, ਤੇ ਜਿਹੜੀ ਨੈਸ਼ਨਲ ਪਾਰਟੀ ਹੈ 137 ਸਾਲ ਪੁਰਾਣੀ ਕਾਂਗਰਸ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਕਾਫੀ ਤਮਾਸ਼ਾ ਕੀਤਾ ਇਹਨਾਂ ਲੋਕਾਂ ਨੇ ਪੰਜਾਬ ਦੇ ਅੰਦਰ, ਇਲੈਕਸ਼ਨਸ ਤੋਂ ਪਹਿਲਾਂ ਵੀ, ਇਲੈਕਸ਼ਨਸ ਦੇ ਦੌਰਾਨ ਵੀ, ਤੇ ਇਲੈਕਸ਼ਨਸ ਤੋਂ ਬਾਅਦ ਵੀ ਤਮਾਸ਼ਾ ਹਜੇ ਮੁੱਕਿਆ ਨਹੀਂ। ਦੇਖੋ, ਉਸ ਪਾਰਟੀ ਦਾ ਜਿਹੜਾ ਹੈਗਾ ਨਾ, ਕਹਿਣੀ ਕੁਝ ਹੋ ਰਿਹਾ ਹੈ ਤੇ ਕਸਣੀ ਕੁਝ ਹੋ ਰਿਹਾ, ਇੱਕ ਤੇ ਫਰਕ ਹੈ ਜੀ। ਰਾਹੁਲ ਗਾਂਧੀ ਜੀ ਸਦਨ ਦੇ ਵਿੱਚ ਕਹਿੰਦੇ ਨੇ ਵੀ ਜਿਹਨੇ ਆਰਐਸਐਸ ਨਾਲ ਨਹੀਂ ਲੜਨਾ, ਬਾਹਰ ਆਪਣੇ ਪਾਰਟੀ ਦੇ ਲੋਕਾਂ ਨੂੰ ਐਲਾਨ ਕਰਦੇ ਨੇ ਵੀ ਉਹ ਬੇਸ਼ੱਕ ਸਾਨੂੰ ਹੁਣੀ ਛੱਡ ਜਾਣ, ਜਿਹਨੇ ਹਿੰਦੂਤਵਾ ਦੀ ਗੱਲ ਕਰਕੇ ਲੋਕਾਂ ਨੂੰ ਵੰਡਣਾ ਹੈ। ਪਰ ਹਿੰਦੂਤਵਾ ਦੀ ਗੱਲ ਤਾਂ ਕਰਨੋਂ ਹਟੇ ਨਹੀਂ। ਇਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਸਦਨ ਦੇ ਵਿੱਚ ਵੀ ਇਹ ਮੁਲਕ ਜਿਹੜਾ ਹੈ ਇਹ ਫੈਡਰੇਸ਼ਨ ਹੈ, ਇਹ ਯੂਨੀਅਨ ਆਫ ਸਟੇਟਸ ਦਾ ਸੰਵਿਧਾਨ 'ਚ ਲਿਖਿਆ ਹੋਇਆ ਹੈ। ਇਹਨੂੰ ਤੁਸੀਂ ਡੰਡੇ ਨਾਲ ਨਹੀਂ ਦਿੱਲੀ ਚਲਾ ਸਕਦੀ, ਸੂਬਿਆਂ ਦੇ ਆਪਣੇ ਅਧਿਕਾਰ ਨੇ। ਪਰ ਕੀ ਸੂਬਿਆਂ ਦੇ ਅਧਿਕਾਰਾਂ ਤੇ ਉਹਨਾਂ ਨੇ ਕੋਈ ਸਟੈਂਡ ਲਿਆ ਹੈ? 370 ਤੇ ਉਹਨੇ ਕਿਹਾ ਹਾਂ 370 ਤੇ ਵੀ ਮੈਂ ਇਹੀ ਕਹਿਣਾ। ਉੱਥੇ ਸਦਨ 'ਚ ਪੁੱਛਿਆ ਗਿਆ ਵੀ 370 ਤੋੜਨ ਤੇ ਕਹਿੰਦੇ ਹਾਂ ਹੁਣ ਮੈਂ ਇਹੀ ਕਹਿਣਾ। ਪਰ ਕੀ ਉਹਨਾਂ ਨੇ ਸੂਬਿਆਂ ਦੇ ਅਧਿਕਾਰਾਂ ਦੇ ਮਾਮਲੇ 'ਚ ਕੋਈ ਸਟੈਂਡ ਲਿਆ? ਨਹੀਂ ਲਿਆ। ਸੋ ਇੱਥੇ ਜਿਹੜਾ ਉਹਨਾਂ ਦਾ ਹਾਲ ਹੈ, ਇੱਕ ਖੜਕਾ ਚੱਲਦਾ ਰਿਹਾ ਨਾ, ਹੁਣ ਖਤਮ ਹੋਵੇ। ਜੀ। ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ 9.5 ਸਾਲ, ਜਿਹੜਾ ਇਹਨਾਂ ਦਾ ਮੁੱਖ ਮੰਤਰੀ ਰਿਹਾ ਹੋਵੇ ਔਰ ਚੌਧਰ ਕਰੀ ਹੋਵੇ, ਉਹ ਬੀਜੇਪੀ 'ਚ ਰਲ ਜੇ ਜਾ ਕੇ, ਉਹ ਬੀਜੇਪੀ ਦੀ ਗੱਲ ਕਰੇ। ਇਹਦਾ ਮਤਲਬ ਪਾਰਟੀ ਕਿਹੋ ਜਿਹੀ ਹੈ? ਉਹ ਸਿੰਧੀਆ ਉੱਥੇ ਰਲ ਗਿਆ, ਤੁਹਾਨੂੰ ਪਤਾ ਹੀ ਹੈ। ਸਚਿਨ ਪਾਇਲਟ ਵੀ ਜਾਣ ਨੂੰ ਤਿਆਰ ਸੀਗਾ। ਕਰਨਾਟਕਾ ਸਰਕਾਰ ਕਿਵੇਂ ਟੁੱਟੀ ਹੈ। ਇੱਥੇ ਚਲੋ ਬਦਲਤਾ ਕੈਪਟਨ ਨੂੰ ਵੀ ਅਸੀਂ ਮਾਫੀਆ ਰਾਜ ਖਤਮ ਕਰਾਂਗੇ, ਮਾਫੀਆ ਤਾਂ ਫਿਰ ਆ ਗਿਆ ਸਾਹਮਣੇ। ਜਦ ਸਾਹਮਣੇ ਆ ਗਿਆ ਮਾਫੀਆ ਤੇ ਖੜਗੇ ਸਾਹਿਬ, ਮੈਂ ਕਹਿੰਦਾ ਐਡੇ ਵੱਡੇ ਇੱਜ਼ਤਦਾਰ, ਐਡੇ ਵੱਡੇ ਸਿਆਣੇ, ਜਦ ਉਹ CVC ਦਾ ਤੇ CBI ਦਾ ਰੌਲਾ ਪਿਆ ਸੀ ਅਲੋਕ ਵਾਲਾ,
ਤੇ ਉਦੋਂ ਬੜਾ ਸਟੈਂਡ ਉਹਨਾਂ ਨੇ ਤਕੜਾ ਲਿਆ, ਕਿਉਂਕਿ ਖੜਗੇ ਸਾਹਿਬ ਉਹ ਮੈਂਬਰ ਸੀਗੇ ਉਸੇ ਜਿਹੜਾ CBI ਦਾ ਡਾਇਰੈਕਟਰ ਅਪਾਇੰਟ ਕਰਨਾ ਹੁੰਦਾ ਜਦ ਇਹਨਾਂ ਨੇ ਅਸਥਾਨਾ ਨੂੰ ਕਰਨ ਦੀ ਕੋਸ਼ਿਸ਼ ਕਰੀ ਸੀ। ਉਹਨਾਂ ਨੇ ਹਰ ਗੱਲ ਦੇ ਉੱਤੇ, ਮੈਂ ਉਹਨਾਂ ਦੇ ਬਿਆਨ ਸੁਣਦਾ ਆਇਆ, ਇੰਨੇ ਸਿਆਣੇ ਬਿਆਨ ਉਹ ਦਿੰਦੇ ਰਹੇ ਨੇ, ਇੰਨੀ ਸਿਆਣਪ ਨਾਲ, ਇੰਨੇ ਵਧੀਆ ਤਰੀਕੇ ਨਾਲ ਬੋਲਦੇ ਰਹੇ ਨੇ। ਹੁਣ ਉਹਨਾਂ ਨੇ ਵੀ ਕਹਿਤਾ ਕਿ ਜੀ ਇਹ ਚੰਨੀ ਸਾਹਿਬ ਦਾ ਭਤੀਜਾ ਜਿਹੜਾ ਫੜਿਆ ਗਿਆ ਹੈ, ਜਿਹਦੇ ਕੋਲ 12 ਲੱਖ ਦੀ ਤਾਂ ਘੜੀ ਹੈ, ਜਿਹਦੇ ਕੋਲ 8 ਕਰੋੜ ਨਗਦ ਫੜਿਆ ਗਿਆ, ਬਿਲਕੁਲ ਜੀ। ਜਿਹਦੇ ਕੋਲ 55 ਕਰੋੜ ਦੀਆਂ ਟ੍ਰਾਂਸੈਕਸ਼ਨਾਂ ਕਹਿੰਦੇ ਨੇ ਫੜੀਆਂ ਗਈਆਂ, ਕਿੰਨੀਆਂ ਕੁ ਸੱਚ ਹੈ ਕਿੰਨੀ ਝੂਠਾ ਪਤਾ ਲੱਗ ਜਾਊਗਾ। ਉਹ ਹਾਂਜੀ ਕਹਿੰਦੇ ਨੇ ਵੀ ਇਹ ਤਾਂ ਜੀ ਸਾਡੇ ਕਾਂਗਰਸ ਤੇ ਹਮਲਾ ਹੈ, ਇਹ ਤਾਂ ED ਦਾ ਮਿਸਯੂਜ਼ ਹੈ। ਜੀ ਜੇ ਜੀ ਫਿਰ ਲੋਕਾਂ ਨੇ ਸਮਝ ਲਿਆ ਵੀ ਇਹ ਤਾਂ ਸਾਰੇ ਉਸੇ ਪਾਸੇ ਹੀ ਨੇ, ਇਹ ਵੀ ਐਵੇਂ ਹੀ ਕਹਿੰਦੇ ਸੀ ਕੈਪਟਨ ਕਰਾਈ ਜਾਂਦਾ ਇਹ ਮਾਫੀਆ ਰਾਜ, ਮਾਫੀਆ ਤੇ ਖੁਦ ਵੀ ਕਰਕੇ ਰਾਜੀ ਨੇ। ਸੋ ਇਸ ਕਰਕੇ ਜਿੰਨਾ ਚਿਰ ਇੱਥੇ ਬਦਲਾਅ ਦੀ ਰਾਜਨੀਤੀ ਨਹੀਂ ਲਿਆਂਦੀ ਜਾਏਗੀ ਕਾਂਗਰਸ ਵੱਲੋਂ, ਕਾਂਗਰਸ ਅਜੇ ਦਫ਼ਤਰੀ ਰਾਜਨੀਤੀ ਕਰ ਰਹੀ ਹੈ। ਥੋੜੀ ਦੇਰ UP ਦੇ ਵਿੱਚ ਪ੍ਰਿਯੰਕਾ ਗਾਂਧੀ ਨੇ ਕਰਿਆ ਸੀ ਕੰਮ, ਲੋਕਾਂ ਦੇ ਵਿੱਚ ਗਈ ਸੀ। ਜਿੰਨਾ ਚਿਰ ਇਹ ਹੁਣ ਜਿਵੇਂ ਆਜ਼ਾਦੀ ਦੀ ਲੜਾਈ ਦੇ ਵਿੱਚ ਅੱਗੇ ਹੋ ਕੇ ਲੜੇ ਸੀ, ਦੇਸ਼ ਦੇ ਵਿੱਚ ਅੱਜ ਏਕਤਾ, ਅਖੰਡਤਾ ਤੇ ਸਾਰੇ ਧਰਮਾਂ ਦੀ ਬਰਾਬਰਤਾ, ਸਾਰੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਤੇ ਡੈਮੋਕ੍ਰੇਸੀ ਨੂੰ ਬਹਾਲ ਰੱਖਣ ਦੀ ਗੱਲ ਦੇ ਉੱਤੇ ਇਹ ਕੋਈ ਅੰਦੋਲਨ ਨਹੀਂ ਚਲਾਉਂਦੇ, ਸਿਰਫ ਦਫ਼ਤਰਾਂ 'ਚ ਬਹਿ ਕੇ ਗੱਲ ਕਰਕੇ ਭਾਸ਼ਣਬਾਜ਼ੀ ਕਰਕੇ ਕਰਨਗੇ, ਤਾਂ BJP ਨੂੰ ਇਹ ਹਰਾ ਨਹੀਂ ਸਕਦੇ। BJP ਦਾ ਮੁਕਾਬਲਾ ਹਿੰਦੂਤਵ ਕਰਕੇ ਨਹੀਂ ਇਹ ਕਰ ਸਕਦੇ। ਹਿੰਦੂਤਵ ਦਾ ਵਿਰੋਧ, ਮੈਂ ਜੀ ਇੱਕ ਲਾਈਨ ਤੇ ਕਹਿ ਕੇ, ਕਿਉਂਕਿ ਆਪਣਾ ਟਾਈਮ ਵੀ ਹੋ ਰਿਹਾ ਹੈ। ਮੇਰੇ ਕੋਲ ਇੱਕ ਵਾਰੀ ਇੱਕ ਬੜੇ ਵੱਡੇ ਸੀਨੀਅਰ ਅਕਾਲੀ ਨੇਤਾ ਨਾਲ ਮੇਰੀ ਗੱਲ ਹੋਈ ਤੇ ਐਕਸਟ੍ਰੀਮਿਜ਼ਮ ਦੇ ਦਿਨ ਚੱਲ ਰਹੇ ਸੀ। ਮੈਨੂੰ ਕਹਿੰਦੇ ਕੀ ਕਰ ਸਕਦੇ ਹਾਂ ਅਸੀਂ, ਸੋਬਰ ਸੀਗੇ, ਅੱਛੇ, ਬਹੁਤ ਸਿਆਣੇ ਸੀਗੇ। ਜੀ ਮੈਂ ਕਿਹਾ ਜੀ ਤੁਸੀਂ ਨਹੀਂ ਕੁਝ ਕਰ ਸਕਦੇ। ਕਹਿੰਦੇ ਕਿਉਂ? ਮੈਂ ਕਿਹਾ ਤੁਸੀਂ ਉਹੀ ਹਥਿਆਰ ਵਰਤਦੇ ਹੋ ਜਿਹੜਾ ਉਹ ਵਰਤਦੇ ਨੇ। ਹਿੰਦੂਆਂ ਦੇ ਸਿਰ ਵੱਢਣ ਦੇ ਵਿੱਚ ਤਾਂ ਉਹ ਤੁਹਾਡੇ ਨਾਲੋਂ ਜ਼ਿਆਦਾ ਤਕੜੇ ਨੇ, ਲੋਕਾਂ 'ਚ ਘਿਰਨਾ ਪੈਦਾ ਕਰਨ ਤਾਂ ਉਹ ਜ਼ਿਆਦਾ ਤਕੜੇ ਨੇ, ਖਾਲਿਸਤਾਨ ਦੀ ਮੰਗ ਕਰਨ ਤਾਂ ਉਹ ਜ਼ਿਆਦਾ ਤਕੜੇ ਨੇ। ਤੁਸੀਂ ਤਾਂ ਤਕੜੇ ਉਹਨਾਂ ਤੋਂ ਇਸ ਗੱਲ ਚੋਂ, ਨਾ ਭਾਈ ਸਾਡਾ ਧਰਮ ਤਾਂ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨ ਦਿਸੇ ਵਾਰਾ ਜੀਓ, ਨਾ ਕੋ ਵੈਰੀ ਨਾ ਹੈ ਬਗਾਨਾ, ਸਗਲ ਸੰਗ ਹਮਕੋ ਬਨ ਆਈ। ਹਾਂਜੀ, ਅਵਲ ਅਲੋ ਇੱਕ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਾ, ਕੌਣ ਭਲੇ ਕੋ ਮੰਦੇ, ਕਿਰਤ ਕਰੋ ਨਾਮ ਜਪੋ ਵੰਡ ਸਕੋ। ਇਹ ਜੇ ਤੁਸੀਂ ਲੈ ਕੇ ਚੱਲੋਗੇ ਨਾਰਾ, ਫਿਰ ਤਾਂ ਤੁਸੀਂ ਜਿੱਤ ਸਕਦੇ ਹੋ, ਕਿਉਂਕਿ ਉਹਨਾਂ ਕੋਲ ਇਹ ਨਹੀਂ ਹੈ ਜਿਹੜਾ ਉਹਨਾਂ ਦਾ ਹਥਿਆਰ। ਇੱਥੇ ਕਾਂਗਰਸ ਹੁਣ ਹਿੰਦੂਤਵ ਦਾ ਹਥਿਆਰ ਲੈ ਕੇ ਚੱਲ ਰਹੀ ਹੈ। ਕਾਂਗਰਸ ਹਿੰਦੂਤਵ ਦੇ ਔਰ ਕੇਂਦਰੀਕਰਨ ਦਾ ਹਥਿਆਰ ਲੈ ਕੇ ਚੱਲ ਰਹੀ ਹੈ। ਕਾਂਗਰਸ ਜੇ ਕੇਂਦਰੀਕਰਨ ਦਾ ਹਥਿਆਰ ਤੇ ਹਿੰਦੂਤਵ ਦਾ ਹਥਿਆਰ ਤੇ WTO ਦਾ ਹਥਿਆਰ ਲੈ ਕੇ ਚੱਲੇਗੀ, ਫਿਰ WTO ਨੂੰ ਖੁਸ਼ ਕਰਨ 'ਚ, ਕੇਂਦਰੀਕਰਨ ਕਰਨ 'ਚ, ਸੂਬਿਆਂ ਦੇ ਅਧਿਕਾਰ ਖੋਹਣ 'ਚ ਤੇ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡਣ ਦੇ ਵਿੱਚ BJP RSS ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਦੇਸ਼ ਦਾ। ਜੀ, ਜਾਂਦੇ ਜਾਂਦੇ ਇੱਕ ਛੋਟੀ ਜੀ ਸਟੇਟਮੈਂਟ ਤੁਹਾਡੇ ਕੋਲੋਂ ਲਵਾਂਗੇ, ਫਿਰ ਆਪਾਂ ਸਮਾਪਨ ਕਰਨ ਲੱਗੇ ਹਾਂ ਕਿ ਮੈਨੀਫੈਸਟੋ ਆਏ ਨੇ ਹਰੇਕ ਪਾਰਟੀ ਦੇ, ਉਹ ਮੈਨੀਫੈਸਟੋ ਘੱਟ ਤੇ ਮੈਨਿਊਫੈਸਟੋ ਜ਼ਿਆਦਾ ਲੱਗਦੇ ਨੇ, ਜਿਵੇਂ ਕਿਸੇ ਹੋਟਲ ਦਾ ਮੈਨਿਊ ਕਾਰਡ ਹੁੰਦਾ। ਸੋ ਆਮ ਆਦਮੀ ਪਾਰਟੀ ਨੇ ਕਿਹਾ ਕਿ 1000 ਰੁਪਏ ਅਸੀਂ ਦੇਵਾਂਗੇ 18 ਸਾਲ ਤੋਂ ਉੱਤੋਂ ਜਿਹੜੀਆਂ ਔਰਤਾਂ ਨੇ ਪੰਜਾਬ ਦੇ ਵਿੱਚ ਹਰ ਮਹੀਨੇ। ਇੱਕ ਉਹ ਵਾਅਦਾ, 300 ਯੂਨਿਟ ਬਿਜਲੀ ਦੇ ਫ੍ਰੀ, ਇੱਕ ਉਹ ਵਾਅਦਾ। ਚਲੋ ਫਿਰ ਠੱਲ ਪਾਉਣ ਵਾਸਤੇ ਭ੍ਰਸ਼ਟਾਚਾਰ ਨੂੰ ਇੱਕ ਨੰਬਰ ਇਸ਼ੂ ਕੀਤਾ ਗਿਆ, ਜਿਹਦੇ ਉੱਤੇ ਵੀ 3-4 ਕੇਸਿਸ ਉੱਤੇ ਕਾਰਵਾਈ ਹੋਈ, ਬਾਕੀ ਲੱਖਾਂ ਦੇ ਵਿੱਚ ਪੈਂਡਿੰਗ ਪਏ ਨੇ। ਹੁਣ ਮਾਨ ਸਾਹਿਬ ਕਹਿੰਦੇ ਨੇ ਕਿ 16 ਤਰੀਕ ਨੂੰ ਜਦੋਂ 1 ਮਹੀਨਾ ਕੰਪਲੀਟ ਹੋ ਜਾਣਾ, ਮੈਂ ਬਹੁਤ ਵੱਡਾ ਐਲਾਨ ਕਰਨ ਵਾਲਾ। ਤੁਹਾਡਾ ਗੈਸ ਕੀ ਹੈ, ਇਹ ਕੀ ਐਲਾਨ ਹੋ ਸਕਦਾ ਹੈ? ਨਹੀਂ, ਤਾਂ ਐਲਾਨ ਆ ਗਿਆ। ਉਹ ਕਹਿੰਦੇ ਅਸੀਂ ਉਹਦੇ 300 ਯੂਨਿਟ ਬਿਜਲੀ ਦੇ ਫ੍ਰੀ ਕਰ ਦਿੰਦੇ ਸਭ ਨੂੰ। ਕਹਿੰਦੇ ਅਸੀਂ ਹਿਸਾਬ ਕਿਤਾਬ ਲਾ ਲਿਆ ਤੇ ਸਾਨੂੰ 4000 ਕਰੋੜ ਰੁਪਇਆ ਸਾਰੇ ਚਾਹੀਦਾ। ਮੋਟੇ ਤੌਰ ਤੇ ਇਹ ਕਹਿਣਗੇ। ਦੂਜਾ 1000 ਰੁਪਏ ਵਾਲੀ ਗੱਲ ਦੇ ਉੱਤੇ ਕੋਈ ਐਲਾਨ ਇਹ ਕਰਨਗੇ ਵੀ ਹੁਣ ਅਸੀਂ ਆ ਫਲਾਣੇ ਦਿਨ ਤੋਂ ਐਂ ਕਰਾਂਗੇ। ਹੋਰ ਕੋਈ ਬਹੁਤੀ ਵੱਡੀ ਗੱਲ ਨਹੀਂ ਹੋਣੀ। ਪਰ ਮੈਂ ਇਹਨਾਂ ਐਲਾਨਾਂ ਦੇ ਉੱਤੇ ਇੱਕ ਲਾਈਨ 'ਚ ਕਹਾਂਗਾ ਜੀ ਕਿ ਹਮੇਸ਼ਾ ਜਿਹਨੂੰ ਲੋੜ ਹੋਵੇ, ਮੈਨੂੰ ਬਚਪਨ ਤੋਂ ਇਹ ਸਿਖਾਇਆ ਗਿਆ ਹੈ ਕਿ ਰੱਜੀ ਧੀ ਨੂੰ ਨਹੀਂ ਦੇਈਦਾ, ਭੁੱਖੀ ਨੂੰਹ ਨੂੰ ਦੇ ਦੇਈਦਾ। ਵਾਹ ਜੀ, ਯਾਨੀ ਕਿ ਜਿਸ ਨੂੰ ਜਿਹੜਾ ਲੋੜ ਬਣਦਾ ਉਹਨੂੰ ਦੇਣਾ। ਇਹਨਾਂ ਨੇ ਕਹਤਾ 300 ਯੂਨਿਟ ਬਿਜਲੀ ਹਰੇਕ ਨੂੰ ਫ੍ਰੀ, ਜਿਹੜਾ 5000 ਯੂਨਿਟ ਜਾਲਦਾ ਮਹੀਨੇ 'ਚ ਤੇ ਉਹਨੂੰ ਵੀ 300 ਫ੍ਰੀ। ਕਿਉਂ ਬਈ ਉਹਨੂੰ ਤੇ ਫ੍ਰੀ? ਫਿਰ ਸਰਕਾਰ ਕਿਵੇਂ ਚੱਲੂਗੀ? ਤੁਸੀਂ ਗਰੀਬ ਗੁਰਬੇ ਨੂੰ ਸਸਤਾ ਦਿਓ, ਜਿਹਨੂੰ ਤੁਸੀਂ ਆਮਦਨ ਘੱਟ ਹੈ, ਜਿਹੜਾ ਬੇਰੁਜ਼ਗਾਰ ਹੈ, ਤੁਸੀਂ ਹਰੇਕ ਨੂੰ ਹੀ ਦੇਈ ਜਾਂਦੇ ਹੋ। ਉਹਦਾ ਮਤਲਬ ਤੁਸੀਂ ਬੇਰੁਜ਼ਗਾਰਾਂ ਨੂੰ ਜਿਹੜਾ ਭੱਤਾ ਦੇਣਾ ਸੀ ਉਹ ਨਹੀਂ ਦੇ ਪਾਓਗੇ। ਉਹਦਾ ਤੁਸੀਂ ਡਿਫਰੈਂਸ਼ੀਅਲ ਸਬਸਿਡੀ ਇਹਨੂੰ ਕਹਿੰਦੇ ਆ। ਕਾਂਗਰਸ ਦੀ ਮੈਂ ਇੱਕ ਗੱਲ ਕਹਾਂਗਾ, ਕੈਪਟਨ ਦੀ ਇੱਕ ਗੱਲ ਪੋਜ਼ਿਟਿਵ ਦੇਖੀ ਸੀ ਮੈਂ। ਉਹਨਾਂ ਨੇ ਜਿਹੜਾ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਸੀ, ਉਹਦੇ 'ਚ ਇਦਾਂ ਹੀ ਡਿਫਰੈਂਸ਼ੀਅਲ ਸਬਸਿਡੀ ਦੀ ਗੱਲ ਕਰੀ ਸੀ ਵੀ ਜਿਨ੍ਹਾਂ ਦਾ ਇੱਥੇ ਤੱਕ ਕਰਜ਼ਾ ਹੈ, ਇੱਥੇ ਤੱਕ ਜ਼ਮੀਨ ਹੈ, ਸਿਰਫ ਉਹਨਾਂ ਦਾ ਮਾਫ ਹੋਏਗਾ। ਕਰ ਸਕੇ ਨਹੀਂ ਕਰ ਸਕੇ ਵੱਖਰੀ ਗੱਲ ਹੈ, ਪਰ ਡਿਫਰੈਂਸ਼ੀਅਲ ਸਬਸਿਡੀ ਇੱਕ ਬਹੁਤ ਜ਼ਰੂਰੀ ਹੈ। ਪੂਰੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੈ, ਅੰਤਰਰਾਸ਼ਟਰੀ ਪੱਧਰ ਤੇ ਅਸੀਂ ਡਿਫਰੈਂਸ਼ੀਅਲ ਸਬਸਿਡੀ ਦੀ ਗੱਲ ਕਰਦੇ ਹਾਂ। ਹਰੇਕ ਨੂੰ ਕਰ ਦੇਈਦਾ ਜਦ ਹਰੇਕ ਘਿਰ ਗਿਆ। ਜਿਵੇਂ ਕਰੋਨਾ ਸੀ, ਕਰੋਨਾ ਤੁਸੀਂ ਕਹਿ ਲਓ ਵੀ ਹਰੇਕ ਵਪਾਰ ਵਾਲੇ ਨੂੰ ਵੀ ਦਿਆਂਗੇ ਕਿਉਂਕਿ ਉਹਨੂੰ ਵੀ ਘਾਟਾ ਪਿਆ।
ਹਰੇਕ ਹਸਪਤਾਲ ਨੂੰ ਵੀ ਦੇਵਾਂਗੇ, ਹਰੇਕ ਪਿੰਡ ਨੂੰ ਵੀ ਦੇਵਾਂਗੇ। ਉਹਦੇ 'ਚ ਮੈਂ ਮੰਨ ਸਕਦਾ, ਕਿਉਂਕਿ ਉੱਥੇ ਬਿਮਾਰੀ ਨੇ ਕਿਸੇ ਨੂੰ ਫਰਕ ਨਹੀਂ ਨਾ ਰੱਖਿਆ ਹੋਇਆ। ਬਿਮਾਰੀ ਤੋਂ ਬਲਕਿ ਦੂਜੇ ਨੂੰ ਜ਼ਿਆਦਾ ਪੈ ਗਈ, ਜ਼ਿਆਦਾ ਨੁਕਸਾਨ ਹੋਇਆ। ਸੋ ਉੱਥੇ ਤੁਸੀਂ ਬਰਾਬਰ ਦੇ ਦਿਓ ਤਾਂ ਮੰਨਿਆ ਜਾ ਸਕਦਾ ਹੈ। ਪਰ ਜੇ ਤੁਸੀਂ ਰੋਜ਼ਾਨਾ ਜੀਵਨ ਦੇ ਵਿੱਚ ਇੱਦਾਂ ਕਰੋਗੇ ਵੀ ਸਭ ਨੂੰ ਕਿਤਾਬਾਂ ਮੁਫਤ ਜੀ, ਸਭ ਨੂੰ ਸਿਹਤ ਮੁਫਤ ਜੀ, ਜਿਹੜਾ ਜਿੰਨੇ ਪੈਸੇ ਵੀ ਖਰਚ ਸਕਦਾ ਉਹਨੂੰ ਵੀ, ਫਿਰ ਤੁਸੀਂ ਕਹੋਗੇ ਕੱਲ੍ਹ ਨੂੰ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਅਸੀਂ ਦੇ ਦਿਆ ਕਰਾਂਗੇ। ਫਿਰ ਠੀਕ ਹੈ, ਫਿਰ ਜਿਵੇਂ ਹੈ ਤੁਸੀਂ ਜੇ ਅਮੀਰਾਂ ਨੂੰ ਹੀ ਦੇਣਾ ਪੈਸਾ ਫਿਰ ਦੇਈ ਜਾਓ। ਪਰ ਜੇ ਤੁਸੀਂ ਸਰਕਾਰ ਚਲਾਉਣੀ ਹੈ ਤਾਂ ਪੰਜਾਬ ਦੀ ਆਬਾਦੀ ਵੀ ਤਕਰੀਬਨ 71.7% 8% ਬੱਚੇ ਉਹ ਨੇ ਜਿਹੜੇ ਖੂਨ ਦੀ ਕਮੀ ਦਾ ਸ਼ਿਕਾਰ ਨੇ। बिल्कुल जी 58% ਔਰਤਾਂ ਖੂਨ ਦੀ, ਇਹ ਤਾਜ਼ਾ ਸਰਵੇਖਣ ਹੈ, 58% ਔਰਤਾਂ ਖੂਨ ਦੀ ਕਮੀ ਦਾ ਸ਼ਿਕਾਰ ਨੇ। 24-25% ਜਿਹੜੇ ਨੌਜਵਾਨ ਜਿਹੜੇ ਮਰਦ ਨੇ ਉਹ ਖੂਨ ਦਾ ਸ਼ਿਕਾਰ ਨੇ। ਔਰ ਜੇ ਅਸੀਂ ਯੁਵਕਾਂ ਨੂੰ ਦੇਖੀਏ ਤਾਂ 28% ਨੇ। ਸੋ ਜੇ ਇੰਨੇ ਤੁਹਾਡੇ ਖੂਨ ਦੀ ਕਮੀ ਵਾਲੇ ਨੇ, ਸਿਰਫ 11.9% ਬੱਚੇ ਜਿਹੜੇ ਨੇ ਉਹਨਾਂ ਨੂੰ 6 ਤੋਂ 23 ਮਹੀਨਿਆਂ ਦੇ, ਉਹਨਾਂ ਨੂੰ ਰੋਟੀ ਓਨੀ ਮਿਲਦੀ ਹੈ ਜਿੰਨੀ ਚਾਹੀਦੀ ਆ ਭੋਜਨ। 88.1% ਬੱਚਿਆਂ ਨੂੰ 6 ਤੋਂ 23 ਮਹੀਨਿਆਂ ਨੂੰ ਲੋੜੀਂਦਾ ਭੋਜਨ ਨਹੀਂ ਮਿਲਦਾ। ਤੁਸੀਂ ਉਹਨਾਂ ਨੂੰ ਦਿਓ ਨਾ, ਜਿਨ੍ਹਾਂ ਨੂੰ ਆਲਰੇਡੀ ਸਭ ਕੁਝ ਮਿਲਿਆ ਉਹਨਾਂ ਨੂੰ ਨਾ ਦਿਓ। ਇਹ ਗਲਤ ਹੈ। ਜੇ ਇਹ ਕਰਨਗੇ ਖਜ਼ਾਨੇ ਤਾਂ ਕਿੱਥੇ ਭਰਨਾ ਹੈ ਇਹਨਾਂ ਦਾ ਆਪਣਾ, ਉਹ ਜਿਵੇਂ ਕਹਿੰਦੇ ਵੀ ਦਿਵਾਲਾ ਨਿਕਲਣ ਵਾਲੀ ਗੱਲ ਹੋ ਜਾਣੀ ਹੈ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਔਰ ਤੁਹਾਡੀ ਇਹ ਵੱਡਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਕੰਮ ਆਏਗੀ। ਤੇ ਅਸੀਂ ਉਮੀਦ ਕਰਦੇ ਹਾਂ ਕਿ ਜੇ ਸਰਕਾਰਾਂ ਵਿੱਚੋਂ ਵੀ ਲੋਕ ਇਸ ਨੂੰ ਸੁਣਦੇ ਹੋਣ ਤਾਂ ਤੁਹਾਡੀ ਗੱਲ ਮੰਨ ਕੇ ਜ਼ਰੂਰ ਇੱਕ ਸਹੀ ਪਾਲਿਸੀ ਬਣਾਉਣ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਥੈਂਕ ਯੂ ਵੈਰੀ ਮਚ ਸਰ। ਅਸੀਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗੇ ਕਿ ਜੋ ਵੀ ਉਹਨਾਂ ਦੀਆਂ ਕੋਈ ਕੁਐਰੀਜ਼ ਹੋਣ ਜਾਂ ਕੋਈ ਕੁਐਸਚਨਸ ਹੋਣ ਜਾਂ ਕੋਈ ਗੱਲਬਾਤ ਹੋਵੇ, ਇਨਬਾਕਸ ਜ਼ਰੂਰ ਕਰੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪੰਜਾਬ ਮੇਲ USA TV ਦੇ ਨਾਲ ਇਸੇ ਤਰ੍ਹਾਂ ਹੀ ਤੁਸੀਂ ਆਪਣੀ ਗੱਲਬਾਤ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।